a Christian is called to be a disciple. ਇੱਕ ਜਿਹੜਾ ਵਿਸ਼ਵਾਸੀ ਹੈਗਾ ਉਹਨੂੰ ਇਸ ਕਰਕੇ ਬੁਲਾਇਆ ਗਿਆ ਕਿ ਉਹ ਚੇਲਾ ਬਣੇ. There are believers and there are disciples in a church. ਕਲੀਸਿਆ ਦੇ ਵਿੱਚ ਵਿਸ਼ਵਾਸੀ ਹੁੰਦੇ ਨੇ ਤੇ ਚੇਲੇ ਹੁੰਦੇ ਨੇ. Both are not the same. ਦੋਨੋਂ ਵੱਖਰੇ ਵੱਖਰੇ ਨੇ. A disciple is a disciple, a believer is a believer. ਵਿਸ਼ਵਾਸੀ ਵਿਸ਼ਵਾਸੀ ਹੈ, ਚੇਲਾ ਚੇਲਾ ਵੇ. The believer has to become a disciple. ਜ਼ਰੂਰੀ ਹੈ ਜਿਹੜਾ ਵਿਸ਼ਵਾਸੀ ਹੈਗਾ ਉਹ ਚੇਲਾ ਬਣੇ. Matthew 10:25, Lord Jesus said, ਮਤੀ 10:25 ਪ੍ਰਭੂ ਯਿਸੂ ਮਸੀਹ ਨੇ ਕਿਹਾ, it is enough for the disciple that he be as his master. ਇਹ ਜ਼ਰੂਰੀ ਹੈਗਾ ਕਿ ਜਿਹੜਾ ਚੇਲਾ ਹੈਗਾ, ਜਿਹੜਾ ਵਿਸ਼ਵਾਸੀ ਹੈਗਾ ਉਹ ਚੇਲਾ ਬਣੇ. No, you read from 10:25. Doesn't Say that? Yeah. Oh, okay, translation. It's enough for the disciple to be like his master. ਜ਼ਰੂਰੀ ਹੈਗਾ ਜਿਹੜਾ ਇੱਕ ਚੇਲਾ ਵਿਸ਼ਵਾਸੀ ਹੈਗਾ ਉਹ ਆਪਣੇ ਮਾਲਿਕ ਤਰ੍ਹਾਂ ਬਣੇ. That is the standard Lord Jesus has set. ਇਹ ਉਹ ਸਤਰ ਹੈਗਾ ਜਿਹੜਾ ਪ੍ਰਭੂ ਯਿਸੂ ਮਸੀਹ ਨੇ ਨਿਰਧਾਰਿਤ ਕੀਤਾ. You have to become like him. ਸਾਨੂੰ ਉਹਨਾਂ ਵਰਗੇ ਬਣਨਾ ਹੈ. This is the call for every believer. ਇਹ ਇੱਕ ਹਰ ਵਿਸ਼ਵਾਸੀ ਦੀ ਬੁਲਾਹਟ ਹੈ. The pastor's call is to train believers to become disciples. ਤੇ ਇੱਕ ਜਿਹੜੀ ਪਾਦਰੀ ਦੀ ਆਪਣਾ ਬੁਲਾਹਟ ਹੈਗੀ ਹੈ ਕਿ ਉਹ ਸਾਰਿਆਂ ਨੂੰ ਚੇਲੇ ਬਣਨ ਤਰਫ ਲੈ ਕੇ ਚੱਲੇ. We come from different backgrounds, ਅਸੀਂ ਅਲੱਗ-ਅਲੱਗ ਜੀਵਨ ਦੇ ਹਿੱਸਿਆਂ ਤੋਂ ਆਉਂਦੇ ਹਾਂ. different thinking, ਅਲੱਗ-ਅਲੱਗ ਸੋਚ ਹੈ, different mindsets, ਅਲੱਗ-ਅਲੱਗ ਸਾਡੇ ਨਜ਼ਰੀਆ, different cultures, ਅਲੱਗ-ਅਲੱਗ ਸਾਡਾ ਕੀ ਕਹਿੰਦੇ ਨੇ ਕਲਚਰ ਹੈ, different upbringing. ਅਲੱਗ ਤਰੀਕੇ ਨਾਲ ਅਸੀਂ ਸਾਰੇ ਵੱਡੇ ਹੋਏ ਹਾਂ. But we all need to become like Lord Jesus Christ. ਪਰ ਅਸੀਂ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਤਰ੍ਹਾਂ ਬਣਨਾ ਹੈ. A believer becomes a disciple when he sets or he or she sets their mind on becoming, in transforming into the image of the Son. ਇੱਕ ਜਿਹੜਾ ਵਿਸ਼ਵਾਸੀ ਹੈਗਾ ਉਹ ਚੇਲਾ ਉਦੋਂ ਬਣਦਾ ਹੈ ਜਦੋਂ ਪਰਮੇਸ਼ਵਰ ਦੇ ਪੁੱਤਰ ਦੇ ਤਰ੍ਹਾਂ ਬਣਨ ਦੇ ਸਰੂਪ ਵਿੱਚ ਅੱਗੇ ਵੱਧਦਾ ਹੈ. We need the help of the Lord Holy Spirit. ਉਹਦੇ ਵਾਸਤੇ ਸਾਨੂੰ ਪਵਿੱਤਰ ਆਤਮਾ ਦੀ ਜ਼ਰੂਰਤ ਹੈ. He is the guide. ਉਹ ਸਾਡੇ ਚਲਾਉਣ ਵਾਲੇ ਨੇ. He is the convictor. ਉਹ ਸਾਨੂੰ ਚੇਤਾਉਂਦੇ ਨੇ. You can say he is the sculptor. ਉਹ ਸਾਡੀ ਜਿਵੇਂ ਮੂਰਤੀ ਬਣਦੀ ਉਸ ਤਰ੍ਹਾਂ ਮੂਰਤੀ ਬਣਾਉਣ ਵਾਲੇ ਹੈਗੇ ਨੇ. That is the title today is the question which I want you to think and have in your mind as we go through today. ਅੱਜ ਦਾ ਸ਼ੀਰਸ਼ਕ ਜਿਹੜਾ ਹੈਗਾ ਉਹ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਮਨ ਵਿੱਚ ਇਸ ਬਾਰੇ ਸੋਚੋ. The title is a question. Are you a disciple? ਜਿਹੜਾ ਅੱਜ ਦਾ ਸ਼ੀਰਸ਼ਕ ਹੈ ਉਹ ਕੁਐਸਚਨ ਮਾਰਕ ਨਾਲ ਸਵਾਲੀਆ ਨਿਸ਼ਾਨ ਹੈਗਾ ਵੀ ਕਿਆ ਤੁਸੀਂ ਚੇਲੇ ਹੋ. First thing we're going to find out what the Bible calls a disciple. ਪਹਿਲਾਂ ਆਪਾਂ ਦੇਖਾਂਗੇ ਕਿ ਪਰਮੇਸ਼ਵਰ ਦਾ ਵਚਨ ਚੇਲੇ ਬਾਰੇ ਕੀ ਕਹਿੰਦਾ ਹੈ. Then we are going to look into 3 requirements the Bible gives to be a disciple. ਫਿਰ ਆਪਾਂ ਦੇਖਾਂਗੇ ਕਿ ਪਰਮੇਸ਼ਵਰ ਦਾ ਵਚਨ 3 ਜ਼ਰੂਰੀ ਗੱਲਾਂ ਕਿਹੜੇ ਦੱਸਦਾ ਹੈਗਾ ਚੇਲਾ ਬਣਨ ਵਾਸਤੇ. And finally we will see another 3 points how to be a disciple. ਫਿਰ ਅਸੀਂ ਦੇਖਾਂਗੇ 3 ਹੋਰ ਪੁਆਇੰਟ ਵੀ ਕਿਵੇਂ ਚੇਲਾ ਬਣ ਸਕਨੇ ਆ. So first thing, who is a disciple? ਪਹਿਲਾ ਜਿਹੜਾ ਹੈਗਾ ਕਿ ਚੇਲਾ ਕੌਣ ਹੈ. It is somebody who is like Lord Jesus Christ. ਉਹ ਇਨਸਾਨ ਜਿਹੜਾ ਪ੍ਰਭੂ ਯਿਸੂ ਮਸੀਹ ਤਰ੍ਹਾਂ ਹੈ. Matthew 10:25, it's still on the screen. It is enough for the disciple that he be as his master. ਕਿ ਇੱਕ ਵਿਸ਼ਵਾਸੀ ਵਾਸਤੇ ਜ਼ਰੂਰੀ ਹੈਗਾ ਕਿ ਉਹ ਆਪਣੇ ਮਾਲਿਕ ਤਰ੍ਹਾਂ ਬਣੇ. To be in Greek means to become. To be ਗ੍ਰੀਕ ਦਾ ਸ਼ਬਦ ਹੈਗਾ, ਇਹਦਾ ਮਤਲਬ ਹੈ ਉਹਦੇ ਵਰਗਾ ਬਣਨਾ. We have many callings. ਸਾਡੀ ਅਲੱਗ-ਅਲੱਗ ਬੁਲਾਹਟ ਹੈਗੀਆਂ ਨੇ. Apostle, prophet, teacher, evangelist, pastor. ਕਿ ਅਸੀਂ ਆਪਣਾ ਪ੍ਰੇਰਿਤ ਹੋ ਸਕਨੇ ਆ, ਪ੍ਰਚਾਰਕ ਹੋ ਸਕਦੇ ਆ, ਸਿੱਖਿਅਕ ਹੋ ਸਕਦੇ ਆ. But if you are not a disciple fundamentally, all those callings will be a waste. ਪਰ ਜੇ ਤੁਸੀਂ ਬੁਨਿਆਦੀ ਤੌਰ ਤੇ ਚੇਲੇ ਨਹੀਂ ਹੈਗੇ ਹੋ ਤੇ ਜਿੰਨੀਆਂ ਬੁਲਾਹਟ ਹੈਗੀਆਂ ਨੇ ਇਹ ਸਾਰੀਆਂ ਨਾਕਾਮਯਾਬ ਨੇ. Those callings are effective only when you are a disciple. ਉਹ ਜਿਹੜੀ ਬੁਲਾਹਟ ਤੁਹਾਡੀ ਹੈਗੀ ਹੈ ਉਦੋਂ ਕਾਮਯਾਬ ਹੈ ਜਦੋਂ ਤੁਸੀਂ ਚੇਲੇ ਹੈਗੇ ਹੋ. Discipleship has to be the goal. ਇਸ ਕਰਕੇ ਸਾਡਾ ਜਿਹੜਾ ਨਿਸ਼ਾਨ ਹੈਗਾ ਉਹ ਚੇਲੇ ਬਣਨਾ ਹੈ. Discipleship has to be the foundation. ਚੇਲਾ ਬਣਨਾ ਸਾਡੀ ਨੀਂਹ ਹੋਣਾ ਚਾਹੀਦਾ ਹੈ. Discipleship has to be the passion. ਉਹ ਸਾਡੇ ਇੱਕ ਤੀਵਰ ਇੱਛਾ ਹੋਣੀ ਚਾਹੀਦੀ ਹੈ. And discipleship has to be our character. ਤੇ ਸਾਡਾ ਜਿਹੜਾ ਚਰਿੱਤਰ ਹੈਗਾ
ਉਹਦੇ ਨਾਲ ਮੇਲ ਖਾਣਾ ਚਾਹੀਦਾ ਹੈ। Luke 6:40, Lord Jesus said, ਲੂਕਾ 6:40 ਪ੍ਰਭੂ ਯਿਸੂ ਮਸੀਹ ਨੇ ਕਿਹਾ, the disciple is not above his master. One that is perfect shall be as his master. चेला अपने गुरु से बड़ा नहीं, परंतु जो कोई सिद्ध होगा वह अपने गुरु के समान होगा। You know, we know God hates lukewarmness. ਆਪਾਂ ਜਾਣਦੇ ਆ ਕਿ ਪਰਮੇਸ਼ਵਰ ਗੁਨਗੁਨੇਪਨ ਤੋਂ ਨਫ਼ਰਤ ਕਰਦਾ ਹੈ। Lukewarmness is neither hot nor cold. ਗੁਨਗੁਨਾ ਮਤਲਬ ਹੈ ਨਾ ਅਸੀਂ ਗਰਮ ਹੈਗੇ ਨਾ ਠੰਡੇ ਹੈਗੇ ਹਾਂ। God will spit them out. ਪਰਮੇਸ਼ਵਰ ਉਹਨਾਂ ਨੂੰ ਥੁੱਕ ਦੇਗਾ। We have to burn ourselves out to be a disciple. ਸਾਨੂੰ ਆਪਣੇ ਆਪ ਨੂੰ ਇੱਕ ਤਰ੍ਹਾਂ ਦੇ ਜਲਣ ਦੀ ਲੋੜ ਹੈਗੀ ਏ ਤਾਂ ਕਿ ਅਸੀਂ ਚੇਲੇ ਬਣ ਸਕੀਏ। It's not an easy life that we have been called to. ਉਹ ਕੋਈ ਆਸਾਨ ਜੀਵਨ ਨਹੀਂ ਜਿਸ ਜੀਵਨ ਵਾਸਤੇ ਪਰਮੇਸ਼ਵਰ ਨੇ ਸਾਨੂੰ ਬੁਲਾਇਆ। Today's idea of Christianity is not what the New Testament call for Christianity. ਅੱਜ ਕੱਲ੍ਹ ਦੀ ਸੰਸਾਰ ਦੀ ਜਿਹੜੀ ਸੋਚ ਚੇਲੇ ਦੀ ਹੈਗੀ ਏ ਉਹ ਜਿਹੜਾ ਨਵਾਂ ਨਿਯਮ ਹੈਗਾ ਉਹਨਾਂ ਨਾਲ ਮੇਲ ਨਹੀਂ ਖਾਂਦੀ। We are called to deny ourselves. ਸਾਨੂੰ ਬੁਲਾਇਆ ਗਿਆ ਕਿ ਅਸੀਂ ਖੁਦ ਦਾ ਇਨਕਾਰ ਕਰੀਏ। Luke 9:23, the Bible says, ਲੂਕਾ 9:23 ਕਹਿੰਦਾ ਹੈ, He said unto them all, If any man will come after me, let him deny himself, take up his cross daily and follow me. उसने सबसे कहा, यदि कोई मेरे पीछे आना चाहे तो अपने आप का इनकार करे और प्रतिदिन अपना क्रूस उठाए हुए मेरे पीछे हो ले। As a disciple, we cannot have self-ruling and Lord Jesus Christ ruling at the same time. ਵੀ ਚੇਲੇ ਹੋਣ ਦੇ ਨਾਤੇ ਇਹ ਨਹੀਂ ਹੋ ਸਕਦਾ ਕਿ ਜੋ ਸਾਡੇ ਮਨ ਦੀ ਇੱਛਾ ਹੋਗੀ ਉਹ ਕਰੀਏ ਤੇ ਜੋ ਪ੍ਰਭੂ ਯਿਸੂ ਮਸੀਹ ਕਹਿਣ ਉਹ ਕਰੀਏ। Self will always dethrone Lord Jesus Christ. ਆਪਣੀ ਖੁਦੀ ਨੂੰ ਨਿਕਾਲਣਾ ਪਏਗਾ ਤਾਂ ਹੀ ਉਹ ਪ੍ਰਭੂ ਯਿਸੂ ਮਸੀਹ ਅੰਦਰ No. ਆਣਗੇ। Our self always dethrones Lord Jesus Christ. ਜਦੋਂ ਵੀ ਅਸੀਂ ਆਪਣੀ ਆਪ ਦੇ ਬਾਰੇ ਸੋਚਦੇ ਹਾਂ ਫਿਰ ਪ੍ਰਭੂ ਯਿਸੂ ਮਸੀਹ ਦੇ ਹੁਕਮਾਂ ਤੇ ਪਰੇ ਰਹਿ ਜਾਂਦੇ ਹਾਂ। Our flesh and self are very good friends. ਸਾਡਾ ਜਿਹੜਾ ਖੁਦ ਦੀ ਸੋਚ ਤੇ ਸਾਡਾ ਜਿਹੜਾ ਸਰੀਰਕ ਸੋਚ ਹੈਗੀਆਂ ਨੇ ਉਹ ਦੋਸਤ ਹੈਗੀਆਂ ਨੇ। The cross is very much misunderstood these days. ਅੱਜ ਕੱਲ ਸਲੀਬ ਨੂੰ ਗਲਤ ਸਮਝਿਆ ਜਾਂਦਾ ਹੈ। People say, I've got this sickness, it is like a cross for me. ਲੋਕੀ ਕਹਿੰਦੇ ਨੇ ਮੈਨੂੰ ਇਹ ਬਿਮਾਰੀ ਹੈਗੀ ਏ ਤੇ ਮੇਰੇ ਵਾਸਤੇ ਸਲੀਬ ਤਰ੍ਹਾਂ ਹੈ। My husband or wife always criticizes me. It is a cross I have to bear. People say this. ਉਹ ਕਹਿੰਦੇ ਨੇ ਮੇਰੇ ਪਤੀ ਜਾਂ ਪਤਨੀ ਆਪਸ ਵਿੱਚ ਮੈਨੂੰ ਹਮੇਸ਼ਾ ਆਪਣਾ ਬੁਰਾ ਕਹਿੰਦੇ ਨੇ ਉਹ ਮੇਰੇ ਵਾਸਤੇ ਸਲੀਬ ਹੈ। Nonsense. ਬੇਵਕੂਫੀ ਹੈ। Cross means crucifixion of self. ਸਲੀਬ ਦਾ ਮਤਲਬ ਹੈ ਖੁਦ ਦਾ ਇਨਕਾਰ ਕਰਨਾ। Every day you have to crucify, because today you crucified is not going to die. Tomorrow it will be alive and more stronger than yesterday. ਤੁਸੀਂ ਰੋਜ਼ ਆਪਣੇ ਆਪ ਨੂੰ ਸਲੀਬ ਤੇ ਬਲੀਦਾਨ ਦੇਣਾ ਹੈ। ਇੱਕ ਦਿਨ ਵਾਸਤੇ ਜ਼ਰੂਰੀ ਨਹੀਂ, ਹਰ ਰੋਜ਼ ਦੇਣਾ ਪੈਂਦਾ ਹੈ। Another word for self is ego. ਤੇ ਦੂਸਰਾ ਹੈਗਾ ਅਭਿਮਾਨ। Self-abhiman. Ego hurts at the slightest offense. ਥੋੜਾ ਜਿਹਾ ਕੋਈ ਸਾਨੂੰ ਜੇ ਆਪਣਾ ਸਾਡਾ ਨਾਲ ਐਗਰੀ ਨਹੀਂ ਕਰਦਾ ਤੇ ਸਾਡਾ ਜਿਹੜਾ ਅਭਿਮਾਨ ਉਹ ਖੜਾ ਹੋ ਜਾਂਦਾ ਹੈ। If someone says something, ego gets hurt. ਜੇ ਕੋਈ ਸਾਨੂੰ ਕੁਝ ਕਹਿ ਦਿੰਦਾ ਹੈ ਤੇ ਸਾਡੇ ਅਭਿਮਾਨ ਨੂੰ ਠੋਕਰ ਲੱਗਦੀ ਹੈ। Someone corrects us in front of others, ego will get hurt. ਤੇ ਜੇ ਕੋਈ ਸਾਨੂੰ ਦੂਸਰੇ ਸਾਹਮਣੇ ਆਪਣਾ ਦੱਸਦਾ ਠੀਕ ਦਾ ਰਸਤਾ ਤਾਂ ਸਾਨੂੰ ਚੁਭਦਾ ਹੈ। If the pastor or his wife never says hello, oh, this is not good. Pastor, you didn't say hello. That is, ego is hurting here. ਤੇ ਜੇ ਪਾਦਰੀ ਤੇ ਉਹਦੀ ਪਤਨੀ ਤੁਹਾਨੂੰ ਨਾਲ ਆਪਣਾ ਅਭਿਮੰਦਨ ਨਹੀਂ ਕਰਦੇ ਤਾਂ ਤੁਹਾਨੂੰ ਚੋਟ ਲੱਗਦੀ ਹੈ। Ego doesn't allow us to see beyond ourselves. ਤੇ ਜਿਹੜਾ ਅਭਿਮਾਨ ਹੈ ਉਹ ਸਾਨੂੰ ਆਪਣੇ ਤੋਂ ਅਲੱਗ ਦੇਖਣ ਨੂੰ ਰੋਕਦਾ ਹੈ। Something or other will always offend us all through the time ego is ruling. ਜੇ ਅਸੀਂ ਅਭਿਮਾਨੀ ਹੈਗੇ ਆ ਤੇ ਹਮੇਸ਼ਾ ਸਾਨੂੰ ਕੋਈ ਨਾ ਕੋਈ ਚੀਜ਼ ਜ਼ਰੂਰ ਚੁਭੇਗੀ। You see, Bible has called us to be disciples. ਪਰਮੇਸ਼ਵਰ ਨੇ ਸਾਨੂੰ ਚੇਲੇ ਹੋਣ ਵਾਸਤੇ ਬੁਲਾਇਆ। Remember the great commission Lord gave in Matthew 28:19. ਜਿਹੜਾ 28-19 ਮਤੀ ਵਿੱਚ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਵੱਡਾ ਜਿਹੜਾ ਕਮਿਸ਼ਨ ਦਿੱਤਾ। Go ye therefore and teach all nations. That word teach is make disciples, baptizing them in the name of the Father, of the Son and of the Holy Ghost. इसलिए तुम जाकर सब जाति के लोगों को चेला बनाओ और उन्हें पिता और पुत्र और पवित्र आत्मा के नाम से बपतिस्मा दो। In other words, a disciple is a person who is learning. ਦੂਜੇ ਕਹਿਣ ਮਤਲਬ ਵੀ ਜਿਹੜਾ ਚੇਲਾ ਹੈਗਾ ਉਹ ਹਮੇਸ਼ਾ ਸਿੱਖਦਾ ਹੈ। He is learning from God's word. ਪਰਮੇਸ਼ਵਰ ਦੇ ਵਚਨ ਤੋਂ ਸਿੱਖਦਾ ਹੈ। The true Taliban are the disciples. ਜਿਹੜੇ ਤਾਲਿਬਾਨ ਸੱਚੇ ਤਾਲਿਬਾਨ ਨੇ
ਉਹ ਆਪਣੇ ਧਰਮ ਦੇ ਚੇਲੇ ਹੈਗੇ ਨੇ Because Taliban means a person who is learning. ਕਿਉਂਕਿ ਤਾਲਿਬਾਨ ਦਾ ਮਤਲਬ ਹੈ ਉਹ ਬੰਦਾ ਜਿਹੜਾ ਸਿੱਖ ਰਿਹਾ ਹੈ। A believer has to show evidence of his salvation or her salvation. ਇੱਕ ਚੇਲੇ ਵਾਸਤੇ ਜ਼ਰੂਰੀ ਹੈਗਾ ਕਿ ਜੇ ਉਹਨੂੰ ਉਧਾਰ ਪ੍ਰਾਪਤ ਹੋਇਆ ਹੈ ਤੇ ਉਹਦਾ ਉਹ ਸਾਬਤ ਕਰੇ, ਉਹ ਨਜ਼ਰ ਆਵੇ। What is the proof you are saved? ਕੀ ਆਪਣਾ ਕੀ ਕਹਿੰਦੇ ਚਿੰਨ੍ਹ ਹੈਗਾ ਕਿ ਤੁਸੀਂ ਬਚਾਏ ਗਏ ਹੋ। Some people say, oh, it is faith, brother, you cannot show. ਕੁਝ ਲੋਕ ਕਹਿੰਦੇ ਨੇ ਵਿਸ਼ਵਾਸ ਹੈ ਤੁਸੀਂ ਦਿਖਾ ਨਹੀਂ ਸਕਦੇ। Your proof of salvation is your discipleship. ਤੁਹਾਡਾ ਜਿਹੜਾ ਆਪਣਾ ਸਬੂਤ ਹੈ ਉਧਾਰ ਦਾ ਉਹ ਤੁਹਾਡੇ ਚੇਲੇ ਹੋਣਾ ਹੈ। Disciple is salvation in action. ਚੇਲਾ ਦਾ ਮਤਲਬ ਹੈ ਕਿ ਉਧਾਰ ਜਿਹੜਾ ਕਾਰਜਸ਼ੀਲ ਹੈਗਾ। It is the fruit of salvation. ਇਹ ਉਧਾਰ ਦਾ ਫਲ ਹੈ। If we don't have discipleship, it means the branch is not grafted firmly into the vine. ਜੇ ਸਾਡੇ ਅੰਦਰ ਚੇਲੇ ਦੇ ਨਿਸ਼ਾਨ ਨਹੀਂ ਹੈਗੇ, ਇਹਦਾ ਮਤਲਬ ਅਸੀਂ ਉਹ ਡਾਲੀ ਹੈਗੇ ਆ ਜਿਹੜੀ ਕਿ ਆਪਣਾ ਨਾਲ ਜੁੜੀ ਨਹੀਂ ਹੋਈ। To bear fruit, the branch has to be grafted completely in the vine. ਇਸ ਕਰਕੇ ਜੇ ਡਾਲੀ ਫਲਦਾਰ ਹੋਵੇ ਤੇ ਜ਼ਰੂਰੀ ਹੈਗਾ ਕਿ ਉਹ ਦਰਖਤ ਦੇ ਵਿੱਚ ਜੁੜੀ ਹੋਵੇ। It is impossible to talk about discipleship without talking about discipline. ਇਹ ਨਾ ਹੋਣੇ ਕਿ ਅਸੀਂ ਚੇਲੇ ਹੋਣ ਦੀ ਗੱਲ ਕਰੀਏ ਪਰ ਅਨੁਸ਼ਾਸਨ ਦੀ ਨਾ ਕਰੀਏ। One cannot fall in love with Lord Jesus Christ without first falling down at his feet. ਕੋਈ ਆਪਾਂ ਨਹੀਂ ਕਹਿ ਸਕਦੇ ਕਿ ਪ੍ਰਭੂ ਯਿਸੂ ਨੂੰ ਪ੍ਰੇਮ ਕਰਦਾ ਹੈਗਾ ਜਿਸ ਤੱਕ ਉਹਨਾਂ ਦੇ ਕਦਮਾਂ ਤੇ ਨਹੀਂ ਹੁੰਦਾ। You see, when we talk about discipline, we think about students who are, doing well in university or Olympics athletes or some people like that. ਜਦੋਂ ਅਸੀਂ ਅਨੁਸ਼ਾਸਨ ਦੀ ਗੱਲ ਕਰਦੇ ਹਾਂ ਤੇ ਸਾਡੇ ਦਿਮਾਗ ਵਿੱਚ ਸ਼ਾਇਦ ਜਿਹੜੇ ਕੋਈ ਬੱਚੇ ਪੜ੍ਹ ਰਹੇ ਉਹਨਾਂ ਬਾਰੇ ਜਾਂ ਜਿਹੜੇ ਓਲੰਪਿਕਸ ਵਾਸਤੇ ਜਾਂ ਖੇਡਾਂ ਵਾਸਤੇ ਤਿਆਰ ਹੋ ਰਹੇ ਨੇ ਉਹਨਾਂ ਬਾਰੇ ਸੋਚ ਆਉਂਦੀ ਹੈ। Yet none of this compares to the discipline which Christ, our Lord Jesus, exemplified in his life. ਇਹਨਾਂ ਤੋਂ ਉੱਤਮ ਜਿਹੜਾ ਹੈਗਾ ਪ੍ਰਭੂ ਯਿਸੂ ਮਸੀਹ ਨੇ ਅਨੁਸ਼ਾਸਨ ਆਪਣੇ ਜੀਵਨ ਵਿੱਚ ਦਿਖਾਇਆ। Lord Jesus demonstrated the highest level of discipline. ਉਹਨਾਂ ਨੇ ਜਿਹੜਾ ਸਭ ਤੋਂ ਉੱਪਰਲੇ ਨੰਬਰ ਦਾ ਅਨੁਸ਼ਾਸਨ ਹੈ ਉਹ ਸਾਨੂੰ ਕਰਕੇ ਦਿਖਾਇਆ। Through perfect obedience to the Father. ਆਪਣੇ ਪਿਤਾ ਪਰਮੇਸ਼ਵਰ ਦੀ ਪੂਰੀ ਆਪਣਾ ਗੱਲਾਂ ਨੂੰ ਮੰਨ ਕੇ। If you look at Matthew 4, you will see he put Father's will above even his own requirements. ਜਿਵੇਂ ਅਸੀਂ ਮਤੀ 4 ਪੜ੍ਹੀਏ ਤੇ ਉਹਨਾਂ ਨੇ ਆਪਣੇ ਪਿਤਾ ਦੀ ਮਰਜ਼ੀ ਨੂੰ ਆਪਣੇ ਮਰਜ਼ੀ ਤੋਂ ਉੱਪਰ ਪਾਇਆ। The discipline standard is Lord Jesus Christ again. ਅਨੁਸ਼ਾਸਨ ਦਾ ਜਿਹੜਾ ਨਿਸ਼ਾਨ ਹੈ ਉਹ ਪ੍ਰਭੂ ਯਿਸੂ ਮਸੀਹ ਨੇ। A true disciple embraces or accepts the correction of the Lord Holy Spirit daily to be allowed to allow him or her to transform into Christ Jesus. ਤੇ ਜਿਹੜਾ ਅੱਛਾ ਚੇਲਾ ਹੈਗਾ ਉਹ ਪਵਿੱਤਰ ਆਤਮਾ ਦੀ ਅਗਵਾਈ ਵਿੱਚ ਆਪਣੇ ਆਪ ਨੂੰ ਸੁਧਾਰਦਾ ਹੈ ਹਰ ਰੋਜ਼। The scripture describes the believer's training as training in righteousness. ਤੇ ਵਚਨ ਦੱਸਦਾ ਹੈ ਕਿ ਜਿਹੜਾ ਵਿਸ਼ਵਾਸੀ ਦੀ ਜਿਹੜੀ ਟ੍ਰੇਨਿੰਗ ਹੈਗੀ ਹੈ ਉਹ ਪਵਿੱਤਰਤਾਈ ਦੇ ਵਿੱਚ ਅੱਗੇ ਵਧਦੀ ਹੈ। Competent and equipped for every good work. ਜਿਹੜਾ ਕਿ ਤਿਆਰ ਹੈਗਾ ਹਰ ਅੱਛਾ ਕੰਮ ਕਰਨ ਵਾਸਤੇ। This is in 2 Timothy 3:17. ਇਹ ਦੂਸਰਾ ਤਿਮੋਥੀ 3:17 ਦੇ ਵਿੱਚ ਵਚਨ ਕਹਿੰਦਾ ਹੈ। Through training, the disciple becomes faithful to walk in the things of God. ਤੇ ਜਦੋਂ ਉਹ ਬੰਦਾ ਅਭਿਆਸ ਕਰਦਾ ਹੈਗਾ ਫਿਰ ਉਹ ਵਿਸ਼ਵਾਸਯੋਗ ਚੇਲਾ ਪ੍ਰਭੂ ਯਿਸੂ ਮਸੀਹ ਦਾ ਬੰਦਾ ਹੈ। It enables the disciple to become, enable the believer to become a disciple. ਤੇ ਇਹ ਚੀਜ਼ ਵਿਸ਼ਵਾਸੀ ਨੂੰ ਤਿਆਰ ਕਰਦੀ ਹੈ ਚੇਲਾ ਬਣਨ ਵਾਸਤੇ। And train other believers to become disciples. ਤੇ ਦੂਸਰੇ ਵਿਸ਼ਵਾਸੀਆਂ ਨੂੰ ਕਿ ਤਿਆਰ ਕਰਦਾ ਹੈ ਕਿ ਉਹ ਵੀ ਚੇਲੇ ਬਣਨ। So a disciple is someone who is disciplined enough to crucify his ego every day and allow himself to be transformed into the image of Lord Jesus Christ. ਤੇ ਇੱਕ ਜਿਹੜਾ ਵਿਸ਼ਵਾਸੀ ਚੇਲਾ ਉਦੋਂ ਬੰਦਾ ਹੈ ਜਦੋਂ ਹਰ ਦਿਨ ਉਹ ਆਪਣਾ ਖੁਦ ਦਾ ਇਨਕਾਰ ਕਰਕੇ ਪ੍ਰਭੂ ਯਿਸੂ ਮਸੀਹ ਦੀ ਤਰਫ ਵੱਧਦਾ ਚਲਾ ਜਾਂਦਾ ਹੈ। So we are now going to see what are the requirements the Bible gives to be a disciple. ਤੇ ਹੁਣ ਆਪਾਂ ਦੇਖਾਂਗੇ ਪਰਮੇਸ਼ਵਰ ਦਾ ਵਚਨ ਇੱਕ ਚੇਲੇ ਬਣਨ ਵਾਸਤੇ ਕਿਹੜੀਆਂ ਆਪਣਾ ਸ਼ਰਤਾਂ ਰੱਖਦਾ ਹੈ। I'm giving you 3 R's. ਮੈਂ ਤੁਹਾਨੂੰ 3 ਆਰ ਦੇ ਰਿਹਾ। Number 1, ਪਹਿਲਾ, there can be no rival
to Lord Jesus Christ. ਕੋਈ ਵੀ ਪ੍ਰਭੂ ਯਿਸੂ ਮਸੀਹ ਦਾ ਦੁਸ਼ਮਣ ਨਹੀਂ ਹੋ ਸਕਦਾ। In rival means competition. ਕੋਈ ਵੀ ਉਹਨਾਂ ਦੇ ਨਾਲ ਕੀ ਕਹਿੰਦੇ ਨੇ ਉਹਨਾਂ ਦੇ ਲੈਵਲ ਦੇ ਉਹਨਾਂ ਦੇ ਸਤਰ ਤੇ ਬਰਾਬਰ ਨਹੀਂ ਖੜਾ ਹੋ ਸਕਦਾ। There can be no rival in his life or her life. ਉਹਦੇ ਜੀਵਨ ਵਿੱਚ ਹੋਰ ਕਿਸੇ ਦੀ ਉਹ ਪ੍ਰਭੂ ਯਿਸੂ ਮਸੀਹ ਵਰਗੀ ਜਗ੍ਹਾ ਨਹੀਂ ਹੋਣੀ ਚਾਹੀਦੀ। Luke 14:26 the Bible says, ਲੂਕਾ 14:26 ਕਹਿੰਦਾ if ਹੈ, any man come to me and hate not his father, mother, wife, children, brethren, sisters, his own life also, he cannot be my disciple. यदि कोई मेरे पास आए और अपने पिता और माता, पत्नी और लड़के वालों का और भाइयों बहनों वरन अपने प्राण को भी अप्रिय ना जाने तो वह मेरा चेला नहीं हो सकता। You may think it's a very harsh command. ਤੁਸੀਂ ਸੋਚੋਗੇ ਕਿ ਇਹ ਬੜਾ ਔਖਾ ਹੁਕਮ ਹੈ। I want to analyze it a bit. ਮੈਂ ਇਹਨੂੰ ਆਪਣਾ ਅਧਿਐਨ ਕਰਾਂਗੇ। Who is on the throne of your heart? ਤੁਹਾਡੇ ਦਿਲ ਦੇ ਸਿੰਘਾਸਨ ਤੇ ਕੌਣ ਵਿਰਾਜਮਾਨ ਹੈ? Who is on the throne of your mind? ਤੁਹਾਡੇ ਮਨ ਦੇ ਸਿੰਘਾਸਨ ਤੇ ਕੌਣ ਵਿਰਾਜਮਾਨ ਹੈ? What is your motivation driving your life? ਤੁਹਾਡੀ ਜ਼ਿੰਦਗੀ ਨੂੰ ਕਿਹੜੀ ਚੀਜ਼ ਅੱਗੇ ਵਧਾਉਂਦੀ ਹੈ? Here, example is given because of the, the context of the people there. The Lord spoke about father, mother and all that. ਇੱਥੇ ਪ੍ਰਭੂ ਯਿਸੂ ਮਸੀਹ ਉਸ ਸਮੇਂ ਜਿਹੜੇ ਹਾਲਾਤ ਸੀਗੇ ਉਦੋਂ ਉਹਨਾਂ ਨੇ ਪਰਿਵਾਰ ਦੇ ਲੋਕਾਂ ਦਾ ਇੱਥੇ ਵਰਣਨ ਕੀਤਾ। Replace it by your bank balance, replace it by your cars or your house or your possessions, anything you can replace it there. ਇਹ ਮਾਤਾ ਪਿਤਾ ਦੀ ਜਗ੍ਹਾ ਤੇ ਅਸੀਂ ਜੋ ਅੱਜ ਕੱਲ੍ਹ ਦੀ ਚੀਜ਼ਾਂ ਅਹਿਮ ਹੈਗੀਆਂ ਨੇ, ਜਿਵੇਂ ਤੁਹਾਡਾ ਪੈਸਾ ਲੱਤਾ ਹੈਗਾ, ਤੁਹਾਡਾ ਵਪਾਰ ਹੈਗਾ, ਹੋਰ ਜਿਹੜੀ ਚੀਜ਼ਾਂ ਨੇ ਉਹਨਾਂ ਨਾਲ ਜੇ ਬਦਲ ਕੇ ਦੇਖੀਏ। If Lord Jesus is not on the throne, you don't qualify as a disciple. ਜੇ ਪ੍ਰਭੂ ਯਿਸੂ ਮਸੀਹ ਤੁਹਾਡੇ ਸਿੰਘਾਸਨ ਤੇ ਨਹੀਂ ਹੈਗੇ ਫਿਰ ਤੁਸੀਂ ਚੇਲਾ ਬਣਨ ਦੇ ਯੋਗ ਨਹੀਂ। This was the test of Abraham. ਇਬਰਾਹਿਮ ਦਾ ਵੀ ਇਹੀ ਕੀ ਕਹਿੰਦੇ ਨੇ ਆਪਣਾ ਟੈਸਟ ਸੀ। After waiting 100 years in his life, he got a son. 100 ਸਾਲ ਦੀ ਇੰਤਜ਼ਾਰ ਤੋਂ ਬਾਅਦ ਉਹਨੇ ਬੇਟਾ ਹੋਇਆ। The apple of his eye, ਉਹਦੀ ਅੱਖਾਂ ਦਾ ਤਾਰਾ, the son of old age, ਪੁਰਾਣੇ ਆਪਣਾ ਢਲਦੀ ਉਮਰ ਦੀ ਔਲਾਦ, the son which came after prophecy and a promise from God. ਉਹ ਪੁੱਤਰ ਜਿਹੜਾ ਕਿ ਪਰਮੇਸ਼ਵਰ ਦੀ ਭਵਿਸ਼ਯਵਾਣੀ ਤੇ ਅਹਿਦ ਦੇ ਨਾਲ ਹੋਇਆ। I'm sure Abraham and Sarah, had their whole dreams and their whole life, invested in that one son. ਮੇਰਾ ਵਿਸ਼ਵਾਸ ਹੈ ਕਿ ਸੇਰਾ ਤੇ ਅਬਰਾਹਮ ਦੇ ਪੂਰੇ ਜੀਵਨ ਦਾ ਜਿਹੜਾ ਉਹ ਨਿਚੋੜ ਸੀਗਾ ਉਹ ਸਭ ਕੁਝ ਉਹਨਾਂ ਨੇ ਆਪਣੇ ਬੇਟੇ ਤੇ ਲਗਾਇਆ। Then comes the test. ਫਿਰ ਹੁੰਦਾ ਕੀ ਕਹਿੰਦੇ ਨੇ ਟੈਸਟ ਆਇਆ। You can be sure God does this with every one of us. Sometimes we don't even know that He is testing us, but we don't even care. But you should be waiting for this test. ਆਪਾਂ ਸਾਰਿਆਂ ਤੇ ਪਰਮੇਸ਼ਵਰ ਅਲੱਗ-ਅਲੱਗ ਸਮੇਂ ਤੇ ਟੈਸਟ ਲੈ ਕੇ ਆਉਂਦੇ ਨੇ ਤੇ ਕਈ ਵਾਰੀ ਅਸੀਂ ਉਹਨੂੰ ਸਮਝ ਵੀ ਨਹੀਂ ਪਾਉਂਦੇ ਕਿ ਇਹ ਟੈਸਟ ਹੈ। I'll let you know one thing with God, okay? Remember this. I'm excited to say this with God, okay? Listen carefully to me. ਪਰਮੇਸ਼ਵਰ ਦੇ ਨਾਲ ਮੈਂ ਤੁਹਾਨੂੰ ਅਹਿਮ ਗੱਲ ਦੱਸਾਂਗਾ। If you are getting the test, I'll tell you, you are highly qualified. ਜੇ ਤੁਹਾਨੂੰ ਪਰਮੇਸ਼ਵਰ ਇਸ ਟੈਸਟ ਲੈ ਕੇ ਆਂਦਾ ਹੈ ਇਹਦਾ ਮਤਲਬ ਤੁਸੀਂ ਉਸ ਟੈਸਟ ਦੇ ਯੋਗ ਹੈਗੇ ਹੋ। No test means you are not even qualified. ਜੇ ਤੁਹਾਡੇ ਨਾਲ ਟੈਸਟ ਨਹੀਂ ਹੋ ਰਿਹਾ ਇਹਦਾ ਮਤਲਬ ਤੁਸੀਂ ਯੋਗ ਹੀ ਨਹੀਂ ਹੈਗੇ। People say, oh Lord, don't give me test. Don't give me test. They'll try to misquote the, what prayer? Our Father in heaven, pray, do not lead us into temptation. Now the Pope has changed that also, but let us stick to that. Do not lead us into temptation. Do not give me test. You are asking for failure when you do that. ਜਿਹੜਾ ਟੈਸਟ ਦਾ ਪਰਮੇਸ਼ਵਰ ਦਾ ਲੈਣ ਨੂੰ ਕਈ ਲੋਕ ਪ੍ਰਾਰਥਨਾ ਕਰਦੇ ਨੇ ਕਿ ਸਾਡੇ ਤੇ ਟੈਸਟ ਨਾ ਹੋਵੇ, ਉਹ ਜਿਹੜੀ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਸਿਖਾਈ ਉਹਦੇ ਨਾਲ ਮਿਲਾਉਂਦੇ ਨੇ ਜਿਹੜੇ ਕਿ ਸਹੀ ਨਹੀਂ ਹੈਗੀ। Not so Abraham. ਉਹ ਅਬਰਾਹਮ ਤਰ੍ਹਾਂ ਆਪਾਂ ਨਹੀਂ ਬਣ ਰਹੇ। He never questioned God. ਉਹਨੇ ਕਦੀ ਵੀ ਸਵਾਲ ਨਹੀਂ ਚੱਕਿਆ। He never complained. ਉਹਨੇ ਕਦੀ ਵੀ ਉਹਦੇ ਤੇ ਉਲਾਹਣਾ ਨਹੀਂ ਦਿੱਤੀ। He was just obedient. ਉਹ ਸਿਰਫ ਆਗਿਆਕਾਰੀ ਸੀ। The true mark of a disciple. ਇੱਕ ਜਿਹੜਾ ਸੱਚਾ ਨਿਸ਼ਾਨ ਇੱਕ ਚੇਲੇ ਦਾ ਹੈਗਾ। Genesis 22:1. ਉਤਪੱਤੀ 22:1। After all the blessings, all these things came to pass that God did tempt Abraham. इन बातों के पश्चात ऐसा हुआ कि परमेश्वर ने इब्राहिम से यह कहकर उसकी परीक्षा की कि हे इब्राहिम, उसने कहा देख मैं यहाँ हूँ। Abraham, I am here, Lord. Wow. ਜਦੋਂ ਪਰਮੇਸ਼ਵਰ ਨੇ ਪੁਕਾਰਿਆ
ਤੇ ਇਬਰਾਹਿਮ ਕਹਿੰਦਾ ਮੈਂ ਹੈਗਾ ਵਾਂ ਇੱਥੇ। Oh, people will say, oh, if I heard God, I will also say, I'm here, I am. ਲੋਕ ਕਹਿਣਗੇ ਜੇ ਮੈਨੂੰ ਬੁਲਾਣਗੇ ਪਰਮੇਸ਼ਵਰ ਤੇ ਮੈਂ ਵੀ ਇਹ ਗੱਲ ਕਵਾਂਗਾ। I doubt it, but let's go forward. ਮੈਨੂੰ ਇਸ ਚੀਜ਼ ਦਾ ਸ਼ੱਕ ਹੈ, ਪਰ ਚਲੋ ਅੱਗੇ ਵਧਦੇ ਹਾਂ। You see, God cannot tolerate anyone on the throne of your heart except himself. ਪਰਮੇਸ਼ਵਰ ਇਹ ਕਦੀ ਬਰਦਾਸ਼ਤ ਨਹੀਂ ਕਰਦਾ ਕਿ ਤੁਹਾਡੇ ਦਿਲ ਦੇ ਸਿੰਘਾਸਨ ਤੇ ਉਹਨਾਂ ਦੇ ਇਲਾਵਾ ਕੋਈ ਹੋਰ ਹੋਵੇ। The Bible says he is a jealous God. ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਉਹ ਈਰਸ਼ਾ ਰੱਖਣ ਵਾਲਾ ਪਰਮੇਸ਼ਵਰ ਹੈ। But he is not jealous for the sake of jealousy. ਪਰ ਉਹ ਈਰਸ਼ਾ ਹੋਣ ਵਾਸਤੇ ਈਰਸ਼ਾ ਨਹੀਂ ਰੱਖਦੇ। He is jealous that you should not fall, because if you have somebody other than him on the throne of your heart, you will fall. ਉਹ ਐਸ ਕਰਕੇ ਈਰਸ਼ਾ ਰੱਖਦੇ ਨੇ ਕਿ ਤੁਸੀਂ ਗਿਰੋ ਨਾ, ਕਿਉਂਕਿ ਜੇ ਤੁਹਾਡੇ ਮਨ ਦੇ ਸਿੰਘਾਸਨ ਤੇ ਉਹਨਾਂ ਤੋਂ ਇਲਾਵਾ ਕੋਈ ਹੋਏਗਾ ਤੇ ਤੁਸੀਂ ਨਿਸ਼ਚਿਤ ਗਿਰੋਗੇ। Nothing can compare with him. ਉਹਨਾਂ ਦੀ ਤੁਲਨਾ ਕੋਈ ਵੀ ਨਹੀਂ ਕਰ ਸਕਦਾ। His blessings, his calling, his providence, nothing can sit on the throne of your heart. ਉਹਨਾਂ ਦਾ ਸਾਨੂੰ ਉਹ ਜੋ ਚੀਜ਼ਾਂ ਦਿੰਦੇ ਨੇ, ਉਹਨਾਂ ਦਾ ਜਿਹੜੀ ਬਖਸ਼ਿਸ਼ਾਂ ਹੈਗੀਆਂ ਨੇ, ਉਹਨਾਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। For Israelites, it was the exclusivity, the chosen ones. ਇਜ਼ਰਾਈਲੀ ਲੋਕ ਜਿਵੇਂ ਪਰਮੇਸ਼ਵਰ ਦੇ ਚੁਣੇ ਹੋਏ ਸੀਗੇ, That's what their pride was that. ਉਹਨਾਂ ਦਾ ਕਮਾਂਡੋ ਸੀਗਾ। But Abraham, nothing but God. ਪਰ ਇਬਰਾਹਿਮ ਵਾਸਤੇ ਪਰਮੇਸ਼ਵਰ ਹੋਰ ਕੁਛ ਨਹੀਂ। Genesis 22:2. ਉਤਪੱਤੀ 22:2 He said, take now thy son, thine only son Isaac, whom thou lovest, and get into the land of Moriah, and offer him there for a burnt offering upon the mountains which I tell thee of. उसने उससे कहा अपने पुत्र को अर्थात अपने इकलौते पुत्र इसहाक को जिससे तू प्रेम करता है संग ले और मोराया देश में चला जा, वहां उसको एक पहाड़ के ऊपर जो मैं तुझे बताऊंगा होम बलि करके चढ़ाना। You put in the place of Isaac, put anything God has given you. God has blessed you. ਤੁਸੀਂ ਇੱਥੇ ਆਇਜ਼ਕ ਦੀ ਜਗ੍ਹਾ ਤੇ ਕੋਈ ਚੀਜ਼ ਜਿਹੜੀ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦਿੱਤੀ ਹੈ ਉਸ ਚੀਜ਼ ਨੂੰ ਰੱਖ ਕੇ ਪਤਾ ਕਰ ਸਕਦੇ ਹੋ। Unless you read God's word with interaction, you will never get anything out of it. ਜਿਸ ਤੱਕ ਤੁਸੀਂ ਪਰਮੇਸ਼ਰ ਦੀ ਸਹਿਭਾਗੀਤਾ ਦੇ ਨਾਲ ਵਚਨ ਨਹੀਂ ਪੜ੍ਹਦੇ ਤਾਂ ਤੱਕ ਤੁਸੀਂ ਵਚਨ ਤੋਂ ਕੁਝ ਵੀ ਹਾਸਲ ਨਹੀਂ It's ਕਰ a ਸਕਦੇ। harsh command. ਇਹ ਇੱਕ ਬੜਾ ਔਖਾ ਹੁਕਮ ਸੀਗਾ। Take your only son, the son of old age, the one you wanted so much, go and sacrifice him. ਆਪਣੇ ਇਕਲੌਤੇ ਪੁੱਤਰ ਤੋਂ ਜਿਹੜਾ ਤੇਰੀ ਢਲਦੀ ਉਮਰ ਦਾ ਹੈਗਾ ਜਿਹਨੂੰ ਤੂੰ ਇੰਨੇ ਸਮੇਂ ਬਾਅਦ ਪ੍ਰਾਪਤ ਕੀਤਾ ਹੈ ਉਹਨੂੰ ਲੈ ਕੇ ਜਾ। Are you willing today to sacrifice that whatever you love on the Mount Moriah? ਅੱਜ ਕਿਆ ਤੁਸੀਂ ਜੋ ਚੀਜ਼ ਤੁਹਾਨੂੰ ਪ੍ਰਿय ਹੈਗੀ ਹੈ ਉਹਨੂੰ ਤੁਸੀਂ ਮੁਰਾਇਆ ਦੇ ਉੱਪਰ ਬਲੀਦਾਨ ਦੇਣ ਨੂੰ ਤਿਆਰ ਹੋ? He could have told Abraham, go in the backyard and sacrifice. ਉਹ ਉਹਨਾਂ ਨੂੰ ਇਹ ਵੀ ਕਹਿ ਸਕਦਾ ਸੀ ਤੂੰ ਆਪਣੇ ਘਰ ਦੇ ਪਿੱਛੇ ਜਾ ਕੇ ਬਲੀਦਾਨ ਦੇ। Why mountain? ਉਹਨਾਂ ਨੇ ਪਹਾੜ ਕਿਉਂ ਕਿਹਾ? Think carefully. ਸੋਚੋ, Mountain takes time. ਪਹਾੜ ਤੇ ਪਹੁੰਚਣ ਲਈ ਸਮੇਂ ਲੱਗਦਾ ਹੈ। You have to make effort to climb the mountain. ਤੁਹਾਨੂੰ ਮਸ਼ੱਕਤ ਕਰਨੀ ਪੈਂਦੀ ਜਾਣ ਵਾਸਤੇ। How many of you have climbed mountains over rocks? ਤੁਹਾਡੇ ਜੋ ਕਿੰਨਾ ਨੇ ਪਹਾੜ ਚੜਿਆ? Is it easy? ਕਿਆ ਆਸਾਨ ਹੈ? You have to make effort. ਤੁਹਾਨੂੰ ਮਸ਼ੱਕਤ ਕਰਨੀ ਪੈਂਦੀ You ਹੈ। you have to go through lot of difficulties. ਬਹੁਤ ਸਾਰੀ ਮੁਸ਼ਕਲਾਂ ਹੁੰਦੀਆਂ। You have to have the drive to reach the top. ਤੁਹਾਡੇ ਅੰਦਰ ਇੱਛਾ ਹੋਣੀ ਚਾਹੀਦੀ ਉੱਪਰ ਜਾਣ ਵਾਸਤੇ। That is why it was the mountain. ਐਸ ਕਰਕੇ ਪਹਾੜ ਸੀ। But quietly Abraham went with Isaac. ਪਰ ਚੁੱਪਚਾਪ ਇਬਰਾਹਿਮ ਇਜ਼ਾਕ ਦੇ ਨਾਲ ਚਲਾ ਗਿਆ। The choice of mountain is this. Remember this. ਪਹਾੜ ਦਾ ਕਾਰਨ ਇਹ ਹੈਗਾ You can always give up halfway. ਤੁਸੀਂ ਅੱਧੇ ਰਸਤੇ ਛੋੜ ਸਕਦੇ ਹੋ। There is a choice on the mountain. ਉੱਥੇ ਜਾਣ ਵਾਸਤੇ ਤੁਹਾਡੀ ਚੁਣਨਾ ਪੈਂਦਾ ਤੁਹਾਨੂੰ। Backyard is not such a big test. Mountain is a test. ਘਰ ਦੇ ਪਿੱਛੇ ਦੀ ਜਗ੍ਹਾ ਕੋਈ ਵੱਡਾ ਟੈਸਟ ਨਹੀਂ ਹੈਗਾ, ਪਹਾੜ ਹੈਗਾ। Can you put everything on the altar? ਕਿਆ ਤੁਸੀਂ ਸਭ ਕੁਝ ਬਲੀਦਾਨ ਕਰ ਸਕਦੇ ਹੋ? Abraham was willing and obedient. ਇਬਰਾਹਿਮ ਤਿਆਰ ਸੀ ਤੇ ਆਗਿਆਕਾਰੀ ਸੀ। That's why scripture states, Genesis 26:5, because Abraham obeyed my voice and kept my charge and my commandments, my statutes and my laws. ਤਾਈਓ ਉਤਪੱਤੀ 26:5 ਚ ਇਬਰਾहिम ਦੇ ਬਾਰੇ ਕਿਹਾ ਗਿਆ ਹੈ क्योंकि इब्राहिम ने मेरी मानी और जो मैंने उसे सौंपा था उसको और मेरी आज्ञाओं विधियों और व्यवस्था का पालन किया। Can this be our judgment day? क्या साडा न्याय दे दिन हो सकता है? Here is James. He obeyed my voice, kept my charge, kept my commandments, my statutes and my law. Will this what God will tell me on judgment day? क्या ਤੁਹਾਨੂੰ ਜਾਂ ਮੈਨੂੰ ਪਰਮੇਸ਼ਵਰ ਆ ਉਹ ਨਿਆਂ ਦੇ ਦਿਨ ਕਹੇਗਾ ਕਿ ਤੁਸੀਂ ਉਹਨਾਂ ਦੀ ਆਗਿਆ ਵਿਧੀਆਂ ਤੇ ਵਿਵਸਥਾ ਦਾ ਪਾਲਨ ਕੀਤਾ? Is he going to ask me, oh James, you prayed for healing, 1,000 people got healed.
rubbish. Nobody is going to ask on judgment day. ਨਿਆਂ ਦਿਨ ਕੋਈ ਨਹੀਂ ਪੁੱਛੇਗਾ ਕਿ ਤੁਸੀਂ ਤੁਹਾਡੇ ਹੱਥ ਨਾਲ ਕਿੰਨੇ ਚੰਗੇ ਹੋਏ, ਇਹਦਾ ਕੋਈ ਮਤਲਬ ਨਹੀਂ ਹੈ। How many miracles you did, James? Oh, wonderful. All the angels will clap. Rubbish. They're not going to ask you that. ਕਿੰਨੇ ਆਪਣਾ ਤੁਸੀਂ ਚਮਤਕਾਰ ਕੀਤੇ, ਕਿਆ ਉੱਥੇ ਆਪਣਾ ਸਵਰਗਦੂਤ ਤਾਲੀਆਂ ਵਜਾਣਗੇ? ਨਹੀਂ। They're going to ask, are you a disciple or not? ਉਹ ਪੁੱਛਣਗੇ ਕਿਆ ਤੂੰ ਚੇਲਾ ਹੈਗਾ ਸੀ ਕਿ ਨਹੀਂ। You see, we read in Matthew 10, he who loves his son or daughter more than me is not worthy of me. ਜਿਵੇਂ ਆਪਾਂ ਮਤੀ 28 ਦੇ 10 ਵਿੱਚ ਪੜਿਆ ਕਿ ਜਿਹੜਾ ਆਪਣੇ ਪੁੱਤਰ ਜਾਂ ਪੁੱਤਰੀ ਜਾਂ ਮਾਤਾ ਪਿਤਾ ਨੂੰ ਮੇਰੇ ਤੋਂ ਜ਼ਿਆਦਾ ਪ੍ਰਿਯ ਜਾਣਦਾ ਹੈ, ਉਹ ਮੇਰਾ ਚੇਲਾ ਨਹੀਂ ਹੈ। He is not saying you should love your son or daughter less. ਉਹ ਇਹ ਨਹੀਂ ਕਹਿ ਕੇ ਤੁਸੀਂ ਜੇ ਘੱਟ ਪਿਆਰ ਕਰਦੇ ਹੋ ਤਾਂ। He is saying that you have to love Lord Jesus more than that. ਇਹ ਕਹਿੰਦੇ ਨੇ ਜੇ ਤੁਹਾਨੂੰ ਉਹਨਾਂ ਤੋਂ ਜ਼ਿਆਦਾ ਪ੍ਰਭੂ ਯਿਸੂ ਮਸੀਹ ਨੂੰ ਪ੍ਰੇਮ ਕਰਨਾ I ਹੈ। look at my wife. I love her with all my heart and all my mind. ਮੈਂ ਆਪਣੀ ਪਤਨੀ ਦੇ ਬਾਰੇ ਦੇਖਦਾ, ਮੈਂ ਉਹਨਾਂ ਨੂੰ ਆਪਣੇ ਸ਼ਰੀਰ ਮਨ ਤੇ ਪ੍ਰੇਮ ਨਾ ਕਰਨਾ। But she can tell you, the afternoon, one day long ago, I proposed to her. ਪਰ ਜਿਸ ਸ਼ਾਮ ਉਹਨਾਂ ਨੂੰ ਮੈਂ ਆਪਣਾ ਪ੍ਰਪੋਜ਼ ਕੀਤਾ, I told her I loved her, but I said there is one condition. ਉਹਨਾਂ ਨੂੰ ਮੈਂ ਕਿਹਾ ਮੈਂ ਪਿਆਰ ਕਰਦਾ, ਪਰ ਇੱਕ ਕੰਡੀਸ਼ਨ ਹੈ If God calls me full time, I will go full time. Are you willing to follow me? ਕਿ ਜੇ ਪਰਮੇਸ਼ਵਰ ਮੈਨੂੰ ਪੂਰੇ ਸੇਵਕਾਈ ਲੈ ਕੇ ਜਾਣਗੇ ਤੇ ਮੈਂ ਤਿਆਰ ਜਾਵਾਂਗਾ ਜਾਣ ਵਾਸਤੇ, ਕਿਆ ਤੂੰ ਸਮਝੇਂਗੇ ਉਹਨੂੰ? Of course, she said yes. ਉਹਨਾਂ ਨੇ ਕਿਹਾ ਹਾਂ। But you see, it doesn't mean that I love her less. It means that I love Lord Jesus more than her. ਇਹਦਾ ਮਤਲਬ ਨਹੀਂ ਉਹਨਾਂ ਨਾਲ ਘੱਟ ਪਿਆਰ ਕਰਦਾ ਮੈਂ ਪ੍ਰਭੂ ਨੂੰ ਉਹਨਾਂ ਤੋਂ ਜ਼ਿਆਦਾ ਪਿਆਰ ਕਰਨਾ। That doesn't make I love my family less. ਇਹਦਾ ਮਤਲਬ ਇਹ ਨਹੀਂ ਮੈਂ ਆਪਣੇ ਪਰਿਵਾਰ ਨੂੰ ਘੱਟ ਪਿਆਰ ਕਰਨਾ। It makes me love them more. ਮੈਂ ਉਹਨਾਂ ਨਾਲ ਇਹ ਮੈਨੂੰ ਤਿਆਰ ਕਰਦਾ ਕਿ ਮੈਂ ਉਹਨਾਂ ਨੂੰ ਜ਼ਿਆਦਾ ਪਿਆਰ ਕਰਾਂ। Everyone and everything has to be number 2. Number 1 has always to be Lord Jesus Christ. ਹਰ ਚੀਜ਼ ਜਿਹੜੀ ਹੈਗੀ ਏ ਉਹ ਦੂਜੀ ਜਗ੍ਹਾ ਤੇ ਹੋਣੀ ਚਾਹੀਦੀ ਹੈ, ਪਹਿਲੀ ਜਗ੍ਹਾ ਤੇ ਪ੍ਰਭੂ ਯਿਸੂ ਮਸੀਹ ਹੋਣੇ ਚਾਹੀਦੇ ਨੇ। Don't let Isaac come in between God and you. ਐਸਾ ਮੌਕਾ ਨਾ ਦਿਓ ਕਿ ਇਸਹਾਕ ਤੁਹਾਡੇ ਤੇ ਪਰਮੇਸ਼ਵਰ ਦੇ ਵਿੱਚ ਆਏ। Take now thy son, thine only son Isaac, whom thou lovest, and sacrifice him on the mountain. ਕਿ ਤੂੰ ਆਪਣੇ ਪੁੱਤ ਨੂੰ, ਜਿਹੜਾ ਤੇਰਾ ਇਕਲੌਤਾ ਪੁੱਤਰ ਹੈਗਾ, ਉਹਨੂੰ ਪਹਾੜ ਤੇ ਲਿਜਾ ਕੇ ਉਹਦਾ ਬਲੀਦਾਨ ਕਰ। Have you ever imagined what will happen if Christ was the number 1 in your life? ਕਿਆ ਤੁਸੀਂ ਸੋਚਿਆ ਕੀ ਹੋਏਗਾ ਜਦੋਂ ਪ੍ਰਭੂ ਯਿਸੂ ਮਸੀਹ ਤੁਹਾਡੇ ਜੀਵਨ ਵਿੱਚ ਪਹਿਲੇ ਨੰਬਰ ਤੇ ਹੋਣਗੇ? If everyone in International Community Church had Christ as the number 1, ਜੇ ਇਸ ਕਲੀਸਿਆ ਵਿੱਚ ਹਰ ਕਿਸੇ ਦੇ ਮਨ ਵਿੱਚ ਪਰਮੇਸ਼ਵਰ ਦਾ ਪਹਿਲਾ ਨੰਬਰ ਹੋਏ, you will have to come early because there will not be any seat available. ਤੁਹਾਨੂੰ ਜਲਦੀ ਆਉਣ ਦੀ ਲੋੜ ਪਏਗੀ ਕਿਉਂਕਿ ਕੋਈ ਜਗ੍ਹਾ ਨਹੀਂ ਹੋਏਗੀ। They will be faithful in coming to service, ਉਹ ਕੀ ਕਹਿੰਦੇ ਨੇ, ਫੇਥਫੁਲ ਹੋਣਗੇ ਕਲੀਸਿਆ ਆਉਣ ਵਾਸਤੇ, for Bible study, for prayer. ਪ੍ਰਾਰਥਨਾ ਵਾਸਤੇ, ਬਾਈਬਲ ਸਟੱਡੀ ਵਾਸਤੇ। They will be hungry for corporate worship. ਉਹ ਭੁੱਖੇ ਹੋਣਗੇ ਕਿ ਸਮੂਹਿਕ ਪ੍ਰਾਰਥਨਾ ਵਾਸਤੇ। They will not be looking for 101 excuses to be absent from church. ਉਹ 101 ਬਹਾਨੇ ਨਹੀਂ ਲੱਭਣਗੇ ਕਿ ਕਲੀਸਿਆ ਨਾ ਜਾਣਾ ਪਵੇ। When Lord Jesus is number 1 in your life, ਜਦੋਂ ਪ੍ਰਭੂ ਯਿਸੂ ਮਸੀਹ ਪਹਿਲੇ ਦਰਜੇ ਤੇ ਹੈਗੇ ਨੇ, it will be great desire to come to church to worship with everyone. ਉਹਨਾਂ ਨੂੰ ਇੱਛਾ ਹੋਏਗੀ ਕਿ ਸਾਰਿਆਂ ਨਾਲ ਮਿਲ ਕੇ ਆਪਣਾ ਆਰਾਧਨਾ ਕਰਨ। You should love God's music above the worldly music. ਆਪਾਂ ਨੂੰ ਸੰਸਾਰਿਕ ਮਿਊਜ਼ਿਕ ਤੋਂ ਜ਼ਿਆਦਾ ਪਰਮੇਸ਼ਵਰ ਦੇ ਮਿਊਜ਼ਿਕ ਨਾਲ ਪਿਆਰ ਹੋਣਾ We ਚਾਹੀਦਾ have to ਹੈ। love God's book more than other books. ਆਪਾਂ ਨੂੰ ਪਰਮੇਸ਼ਵਰ ਦੇ ਜਿਹੜਾ ਵਚਨ ਹੈਗਾ ਉਹ ਸਾਰਿਆਂ ਤੋਂ ਉੱਪਰਲਾ ਪ੍ਰੇਮ ਹੋਣਾ We ਚਾਹੀਦਾ have to ਹੈ। love God's table than other tables. ਆਪਾਂ ਨੂੰ ਪਰਮੇਸ਼ਵਰ ਦਾ ਜਿਹੜਾ ਟੇਬਲ ਹੈਗਾ ਉਹ ਦੂਸਰੇ ਆਪਣਾ ਕੰਮਾਂ ਤੋਂ ਉੱਤਮ ਹੋਣਾ We ਚਾਹੀਦਾ have to ਹੈ। love God's house more than other houses. ਆਪਾਂ ਨੂੰ ਪਰਮੇਸ਼ਵਰ ਦਾ ਘਰ ਸਭ ਤੋਂ ਪ੍ਰਿਯ ਹੋਣਾ ਚਾਹੀਦਾ ਦੂਜੇ ਘਰਾਂ ਨਾਲੋਂ। You cannot have any rivals with Lord Jesus Christ. ਤੁਹਾਡੇ ਦਿਮਾਗ ਵਿੱਚ ਪ੍ਰਭੂ ਯਿਸੂ ਮਸੀਹ ਦੇ ਮੁਕਾਬਲੇ ਹੋਰ ਕੋਈ ਨਹੀਂ ਹੋਣਾ ਚਾਹੀਦਾ। The second one, ਦੂਸਰਾ the first one, no rival. ਦੂਸਰਾ ਉਹਨਾਂ ਦੇ ਮੁਕਾਬਲੇ ਕੋਈ ਨਹੀਂ ਹੋਣਾ ਚਾਹੀਦਾ। ਪਹਿਲਾ ਮੁਕਾਬਲੇ Second ਨਹੀਂ। one, no refusal. ਦੂਸਰਾ ਇਨਕਾਰ ਨਹੀਂ ਕਰਨਾ। Lord Jesus said, Luke 14:27, ਪ੍ਰਭੂ ਯਿਸੂ ਮਸੀਹ ਨੇ ਕਿਹਾ ਲੂਕਾ 14 ਦੇ 27 ਚ, whosoever doth not bear his cross and come after me cannot be my disciple. यदि कोई अपना क्रूस ना उठाए और मेरे पीछे ना आए तो वो मेरा चेला नहीं हो सकता। Now I don't know what you think about the cross, like I said before. ਜਿਵੇਂ ਮੈਂ ਅੱਗੇ ਗਿਆ ਕਿ ਮੈਨੂੰ ਨਹੀਂ ਪਤਾ ਤੁਹਾਡੀ ਕਰੂਸ ਦਾ ਕੀ ਮਤਲਬ ਸਮਝਦੇ ਹੋ। Cross means always yes to whatever God's word says.
ਸਲੀਬ ਦਾ ਮਤਲਬ ਹੈ ਜੋ ਵੀ ਪਰਮੇਸ਼ਵਰ ਕਹਿਣ ਹੁੰਦੇ ਉਸੇ ਹਮੇਸ਼ਾ ਅਸੀਂ ਹਾਂ ਕਰਨੀ ਹੈ। You see, when Lord Jesus Christ was in Gethsemane, ਜਦੋਂ ਪ੍ਰਭੂ ਯਿਸੂ ਮਸੀਹ ਗਤਸਮਨੀ ਦੇ ਬਗੀਚੇ ਸੀਗੇ, he was in deep, intense prayer. ਉਸ ਟਾਈਮ ਉਹ ਇੱਕ ਕੀ ਕਹਿੰਦੇ ਨੇ ਗਹਿਰੀ ਪ੍ਰਾਰਥਨਾ ਹੀ ਸੀਗੇ। He said, "Not as I will, but your will be done." ਉਹਨਾਂ ਨੇ ਕਿਹਾ ਪਰਮੇਸ਼ਵਰ ਮੇਰੀ ਨਹੀਂ ਪਰ ਤੁਹਾਡੀ ਇੱਛਾ ਪੂਰੀ ਹੋਵੇ। Cross means you are saying yes to God and no to self all the time. ਸਲੀਬ ਦਾ ਮਤਲਬ ਹੈਗਾ ਕਿ ਤੁਸੀਂ ਖੁਦ ਦਾ ਇਨਕਾਰ ਕਰਦੇ ਹੋ ਤੇ ਹਮੇਸ਼ਾ ਪਰਮੇਸ਼ਵਰ ਨੂੰ ਹਾਂ ਕਰਦੇ ਹੋ। Paul told us the same thing. ਪੌਲੁਸ ਨੇ ਵੀ ਇਹੋ ਗੱਲ ਕਹੀ। He recognized what is the crux of this cross. ਉਹਨੂੰ ਪਤਾ ਲੱਗਿਆ ਕਿ ਜਿਹੜੀ ਨਿਚੋੜ ਜਾਂ ਖਾਸ ਗੱਲ ਹੈਗੀ ਸਲੀਬ ਦੀ ਕੀ ਹੈ। Galatians 2:20. ਗਲਾਤੀਆਂ 2:20 I have been crucified with Christ. I no longer live, but Christ lives in me. The life which I now live in the flesh, I live by faith in the Son of God who loved me and gave himself for me. मैं मसीह के साथ क्रूस पर चढ़ाया गया और अब मैं जीवित ना रहा पर मसीह मुझ में जीवित है और मैं शरीर में अब जो जीवित हूँ तो केवल इस विश्वास से जीवित हूँ कि जो परमेश्वर के पुत्र पर है जिसने मुझसे प्रेम किया और अपने लिए और मेरे लिए अपने आप को दे दिया। Paul was following the command of Lord Jesus Christ. पौलुस प्रभु यीशु मसीह ਦੇ ਹੁਕਮ ਦੇ ਪਿੱਛੇ ਸੀ। His self was crucified on the cross. ਉਹਨੇ ਆਪਣੀ ਖੁਦੀ ਨੂੰ ਸਲੀਬ ਤੇ ਚੜਾਇਆ। But he says, the life now I live in the faith on the Son of God. ਉਹ ਕਹਿੰਦਾ ਹੁਣ ਜਿਹੜਾ ਮੈਂ ਜੀਵਨ ਜੀ ਰਿਹਾ ਉਹ ਪਰਮੇਸ਼ਵਰ ਦੇ ਪੁੱਤਰ ਦੇ ਵਿਸ਼ਵਾਸ ਤੇ ਜੀ ਰਿਹਾ। That means he controls what I do. ਇਹਦਾ ਮਤਲਬ ਹੈ ਪੁੱਤਰ ਹਰ ਚੀਜ਼ ਦੇ ਉੱਪਰ ਕਾਬਜ਼ ਹੈ। Today the church has not carried the cross. ਅੱਜ ਕੱਲ ਕਲੀਸਿਆ ਕਰੂਸ ਲੈ ਕੇ ਨਹੀਂ ਚਲਦੀ। The very principle of crucified life is totally totally unknown to the church. ਤੇ ਜਿਹੜਾ ਕਰੂਸ ਨੂੰ ਲੈ ਕੇ ਚੱਲਣ ਦਾ ਸਿਧਾਂਤ ਹੈਗਾ ਉਹ ਕਲੀਸਿਆ ਦੀ ਸਮਝ ਤੋਂ ਪਰੇ ਵੇ। It is actually reverse. ਇਹਦਾ ਉਲਟਾ ਵੇ। Not Christ but me. That's the principle of today's life. Prosperity, the best thing I want, the best thing of the world I should have, not Christ but me. ਅੱਜ ਕੱਲ ਜਿਹੜਾ ਲੋਕਾਂ ਦਾ ਸਿਧਾਂਤ ਹੈਗਾ ਉਹ ਕਰੂਸ ਦਾ ਨਹੀਂ ਹੈਗਾ, ਉਹ ਖੁਦ ਦਾ ਹੈਗਾ। You see, you have to come to a place at the foot of the cross where it says, not my will, Lord, your will. ਇਸ ਕਰਕੇ ਜ਼ਰੂਰੀ ਹੈਗਾ ਤੁਸੀਂ ਕਰੂਸ ਦੇ ਉਸ ਜਗ੍ਹਾ ਆ ਕੇ ਖੜੇ ਹੋਵੋ ਜਿੱਥੇ ਤੁਸੀਂ ਇਹ ਗੱਲ ਕਹਿ ਸਕੋ ਕਿ ਮੇਰੀ ਇੱਛਾ ਨਹੀਂ ਪਰ ਤੁਹਾਡੀ ਇੱਛਾ ਪੂਰੀ ਹੋਵੇ। Last week I was reading a book by A.W. Tozer. ਪਿਛਲੇ ਹਫਤੇ ਮੈਂ A.W. ਟੋਜ਼ਰ ਦੀ ਲਿਖੀ ਪੁਸਤਕ ਪੜ੍ਹ ਰਿਹਾ You ਸੀ। know, the things he writes, the wisdom God has given him amazes me. ਜੋ ਚੀਜ਼ ਉਹਨਾਂ ਨੇ ਲਿਖੀ, ਜੋ ਉਹਨਾਂ ਨੇ ਪਰਮੇਸ਼ਵਰ ਨੇ ਉਹਨਾਂ ਨੂੰ ਬੁੱਧੀ ਦਿੱਤੀ ਹੈ ਉਹ ਬਹੁਤ ਸਮਝ ਤੋਂ ਪਰੇ ਵੇ। One thing he said, ਇੱਕ ਚੀਜ਼ ਉਹਨੇ ਕਹੀ, how often are you willing to do the will of God? ਉਹ ਕਹਿੰਦੇ ਕਿੰਨੀ ਵਾਰ ਤੁਸੀਂ ਪਰਮੇਸ਼ਵਰ ਦੀ ਮਰਜ਼ੀ ਪੂਰੀ ਕਰਨ ਨੂੰ ਤਿਆਰ ਹੋ In areas of your life. ਤੁਸੀਂ ਆਪਣੇ ਜੀਵਨ ਦੇ ਬਾਰੇ। And in some areas you don't want him to interfere. ਤੇ ਜੀਵਨ ਦੇ ਕੁਝ ਹਿੱਸੇ ਤੁਸੀਂ ਚਾਹੁੰਦੇ ਨਹੀਂ ਕਿ ਪਰਮੇਸ਼ਵਰ ਦਖਲ He ਦੇਵੇ। says on those areas we put a door and say no admittance to Christ. ਉਹ ਕਹਿੰਦਾ ਉਹ ਜਿਹੜੇ ਆਪਣਾ ਏਰੀਆ ਹੈਗੇ ਨੇ ਉਹਦੇ ਵਿੱਚ ਅਸੀਂ ਦਰਵਾਜ਼ੇ ਤੇ ਬੋਰਡ ਲਾ ਦਿੰਦੇ ਆ ਕਿ ਇੱਥੇ ਪ੍ਰਭੂ ਯਿਸੂ ਮਸੀਹ ਦਾ ਕੋਈ ਕੰਮ ਨਹੀਂ। This afternoon I want you to check your lives. ਇਹ ਸ਼ਾਮ ਮੈਂ ਚਾਹਨਾ ਕਿ ਤੁਸੀਂ ਆਪਣੇ ਜੀਵਨ ਨੂੰ ਪਰਖੋ। I want you to check your talents, your areas of expertise. ਜਿਹੜੇ ਤੁਹਾਨੂੰ ਪਰਮੇਸ਼ਵਰ ਨੇ ਆਪਣਾ ਗੁਣ ਦਿੱਤੇ ਨੇ ਉਹਨਾਂ ਬਾਰੇ ਪਰਖੋ। I want you to examine your relationships. ਤੁਹਾਡਾ ਰਿਸ਼ਤਾ ਕੀ ਹੈਗਾ ਉਹਨੂੰ ਸੋਚੋ। I want you to examine your material possessions. ਤੁਹਾਡਾ ਜਿਹੜੇ ਸੰਸਾਰਿਕ ਚੀਜ਼ਾਂ ਦੇ ਮੁਕਾਬਲੇ ਕੀ ਰਿਸ਼ਤਾ ਹੈ। Examine every area. ਹਰ ਹਿੱਸੇ ਨੂੰ ਦੇਖੋ। Are there areas where God is not allowed? ਕਿਆ ਐਸੇ ਕੁਝ ਹਿੱਸੇ ਹੈਗੇ ਨੇ ਜਿੱਥੇ ਪਰਮੇਸ਼ਵਰ ਦੇ ਆਉਣ ਦੀ ਮਰਜ਼ੀ ਨਹੀਂ ਹੈਗੀ। My prayer this week has been this. ਇਸ ਹਫਤੇ ਮੇਰੀ ਪ੍ਰਾਰਥਨਾ ਰਹੀ, Lord, like Paul, I want to be crucified on the cross. ਜਿਵੇਂ ਪੌਲੁਸ ਨੇ ਕਿਹਾ ਮੈਂ ਵੀ ਸਲੀਬ ਤੇ ਚੜ੍ਹਨ ਨੂੰ ਤਿਆਰ My ਹਾਂ। opinions, my preferences, my taste, my will has to be on that cross. ਮੇਰੀ ਮਰਜ਼ੀ, ਮੇਰੀ ਇੱਛਾਵਾਂ ਕਿਹੜੀ ਚੀਜ਼ਾਂ ਮੈਨੂੰ ਪਸੰਦ ਨੇ ਉਹ ਪਰਮੇਸ਼ਵਰ ਦੇ ਹਿਸਾਬ ਨਾਲ। I want to be dead to the world and the approval or criticism of the world. ਮੈਂ ਸੰਸਾਰ ਦੇ ਪ੍ਰਤੀ ਆਪਣੇ ਆਪ ਨੂੰ ਮਰਿਆ ਬਣਾਉਣਾ ਚਾਹਨਾ ਉਹ ਮੇਰੇ ਬਾਰੇ ਜੋ ਮਰਜ਼ੀ ਕਹਿਣ। This should be the prayer of every believer. ਇਹ ਹਰ ਵਿਸ਼ਵਾਸੀ ਦੀ ਪ੍ਰਾਰਥਨਾ ਹੋਣੀ ਚਾਹੀਦੀ ਹੈ। So the second thing about the requirement of being a disciple is that you cannot refuse what the word of God says. ਤੇ ਵੇ ਦੂਸਰੀ ਆਪਣਾ ਜਿਹੜਾ ਆਪਾਂ ਕੰਡੀਸ਼ਨ ਦੇਖੀ
ਕਿ ਜੋ ਪਰਮੇਸ਼ਵਰ ਦਾ ਵਚਨ ਕਹਿੰਦਾ ਹੈਗਾ ਅਸੀਂ ਉਹਨੂੰ ਨਾ ਨਹੀਂ ਕਰ ਸਕਦੇ। The third thing, the third R is no retreat. ਤੋ ਤੀਸਰਾ ਹੈਗਾ ਕਿ ਅਸੀਂ ਮੁੜ ਕੇ ਨਹੀਂ ਦੇਖ ਸਕਦੇ। You cannot turn around. ਅਸੀਂ ਮੁੜ ਕੇ ਨਹੀਂ ਦੇਖ ਸਕਦੇ। You know, I remember the song when we were young people, we sing, we should sing it now also. I have decided to follow Jesus. No turning back, no turning back. ਜਿਵੇਂ ਇੱਕ ਭਜਨ ਹੈਗਾ ਕਿ ਮੈਂ ਫੈਸਲਾ ਕੀਤਾ ਪਰਮੇਸ਼ਵਰ ਪਿੱਛੇ ਚੱਲਣ ਦਾ, ਮੁੜਨਾ ਦਾ ਕੋਈ ਮਤਲਬ ਨਹੀਂ ਹੈਗਾ। You see, one of the greatest list of 4 failures of discipleship is in Luke 9, 57 to 61. ਲੂਕਾ 9:57 ਤੋਂ 78 ਦੇ ਵਿੱਚ 4 ਵੱਡੇ ਕਾਰਨ ਨੇ ਜਿਸ ਕਰਕੇ ਚੇਲਾ ਜਿਹੜਾ ਹੈਗਾ ਉਹ ਫੇਲ ਹੁੰਦਾ ਹੈ। We'll see the first 2 verses, 57 and 58. ਆਪਾਂ ਪਹਿਲੇ 2 ਵਰਸ ਦੇਖਾਂਗੇ 57 ਤੇ 58। And it came to pass that as they went in the way, a certain man said unto him, Lord, I will follow you wherever thou goest. And Jesus said unto him, Foxes have holes, birds of the air have nests, but Son of Man hath nowhere to lay his head. जब वे मार्ग में चले जाते थे तो किसी ने उनसे कहा, जहां जहां तू जाएगा मैं तेरे पीछे हो लूंगा। यीशु ने उससे कहा, लोमड़ियों के भट्ट और आकाश के पंछियों के बसेरे होते हैं, पर मनुष्य के पुत्र को सिर धरने के लिए जगह नहीं। So this young man comes to Lord Jesus Christ. एक जवान बंदा प्रभु यीशु मसीह को आंदा He है। saw the life of Lord Jesus. ਉਹਨੇ ਪ੍ਰਭੂ ਯੀਸ਼ੂ ਮਸੀਹ ਦਾ ਜੀਵਨ ਦੇਖਿਆ। Lord, I want to follow you. ਉਹ ਕਹਿੰਦਾ ਮੈਂ ਤੁਹਾਡੇ ਪਿੱਛੇ ਹੋਣਾ ਚਾਹਨਾ। But see, the Lord knows about this young man. ਪਰ ਯੀਸ਼ੂ ਮਸੀਹ ਉਹਦੇ ਬਾਰੇ ਜਾਣਦੇ ਸੀ। He said, young man, hold on. ਉਹਨਾਂ ਨੇ ਕਿਹਾ ਜਵਾਨ ਰੁਕ। Do you know what you are asking? ਕਿਆ ਤੁਹਾਨੂੰ ਪਤਾ ਹੈ ਤੂੰ ਕੀ ਪੁੱਛ ਰਿਹਾ ਹੈ? Tonight when evening comes, ਜਦੋਂ ਅੱਜ ਸ਼ਾਮ ਹੋਏਗੀ, the fox also has their house. ਜਿਹੜੇ ਲੋਮੜੀਆਂ ਨੇ ਉਹਨਾਂ ਕੋਲ ਜਗ੍ਹਾ ਹੈਗੀ The ਹੈ। birds have nests. ਜਿਹੜੇ ਪੰਛੀ ਨੇ ਉਹਨਾਂ ਕੋਲ ਬਸੇਰਾ But ਹੈਗਾ। the Son of Man has no home. ਤੇ ਜਿਹੜਾ ਪਰਮੇਸ਼ਵਰ ਦਾ ਪੁੱਤਰ ਹੈਗਾ ਉਹਦੇ ਕੋਲ ਕੋਈ ਘਰ ਨਹੀਂ। Will you still follow me? ਕਿਆ ਤੂੰ ਤਾਂ ਵੀ ਮੇਰੇ ਪਿੱਛੇ ਚੱਲੇਗਾ? Obviously, we have not heard of this young man. He must have gone. ਅਸੀਂ ਇਹ ਜਵਾਨ ਬਾਰੇ ਦੁਬਾਰਾ ਸੁਣਿਆ ਨਹੀਂ, ਉਹਦਾ ਮਤਲਬ ਉਹ ਚਲਾ ਗਿਆ ਹੋਣਾ ਹੈ। The affluent church today does not know the truth of this. ਤੇ ਜਿਹੜੀ ਅੱਜ ਦੀ ਤਰੱਕੀ ਦੀ ਚਰਚ ਹੈਗੀ ਹੈ ਉਹ ਇਹ ਸਾਰੀ ਗੱਲਾਂ ਨੂੰ ਨਹੀਂ ਜਾਣਦੀ। We have become soft. ਅਸੀਂ ਨਰਮ ਹੋ ਗਏ ਹਾਂ। We have become complacent. ਅਸੀਂ ਚੀਜ਼ਾਂ ਦੇ ਆਪਣੇ ਆਪ ਨੂੰ ਨੀਚਾ ਕਰ ਲੈਂਦੇ ਹਾਂ। We are always about self. ਅਸੀਂ ਆਪਣੇ ਬਾਰੇ ਸੋਚਦੇ ਹਾਂ। My talent, my business, my work, my thing, my family, my children, my son, my daughter, my. ਅਸੀਂ ਸਿਰ ਆਪਣੇ ਬੱਚਿਆਂ ਦੇ, ਆਪਣੇ ਕਾਰੋਬਾਰ ਦਾ, ਆਪਣੇ ਘਰ ਦਾ ਹੀ ਸੋਚਦੇ ਰਹਿ ਜਾਂਦੇ ਹਾਂ। The whole church today, Christianity today is a nice picnic. ਤੇ ਅੱਜ ਦਾ ਜਿਹੜਾ ਆਪਣਾ ਕਲੀਸਿਆ ਹੈਗੀ ਹੈ ਉਹ ਇੱਕ ਅੱਛੀ ਪਿਕਨਿਕ ਤਰ੍ਹਾਂ ਹੈ। Accept the Lord and all your troubles are gone. You are in a wonderful picnic, wonderful land, La La Land, which is imaginary, of course. ਉਹ ਕਹਿੰਦੇ ਨੇ ਪਰਮੇਸ਼ਵਰ ਨੂੰ ਕਬੂਲ ਕਰ ਲਓ, ਫਿਰ ਤੁਹਾਡੀ ਜੀਵਨ ਇਸ ਤਰ੍ਹਾਂ ਹੈਗਾ ਜਿਵੇਂ ਤੁਸੀਂ ਲਾਲਾ ਲੈਂਡ ਵਿੱਚ ਹੈਗੇ ਹੋ, ਪਿਕਨਿਕ ਚੱਲ ਰਹੀ ਹੈ। Christian life has to reflect the glory of God. ਜ਼ਰੂਰੀ ਹੈ ਕਿ ਮਸੀਹ ਜੀਵਨ ਜਿਹੜਾ ਹੈਗਾ ਉਹਦੇ ਤੋਂ ਪਰਮੇਸ਼ਵਰ ਦਾ ਜਲਾਲ ਨਜ਼ਰ ਆਏ। Lord Jesus said, I promise you tribulation. He didn't say, I promise you prosperity. ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਮੈਂ ਵਾਅਦਾ ਕਰਨਾ ਤੁਹਾਡੇ ਤੇ ਸਤਾਵ ਆਣਗੇ, ਇਹ ਨਹੀਂ ਕਿਹਾ ਤੁਹਾਡੀ ਤਰੱਕੀ ਹੋਏਗੀ। And he said, John 16:2. ਉਹਨਾਂ ਨੇ ਕਿਹਾ ਯੋਹੰਨਾ 16:6 They'll put you out of synagogues, or they'll put you out of church also nowadays. And the time comes that whosoever kills you will think he is doing God's service. वह तुम्हें आराधनालयों में से निकाल देंगे, वरन वह समय आता है कि जो कोई तुम्हें मार डालेगा वह समझेगा कि मैं परमेश्वर की सेवा करता हूँ। Pastor Srinivas was teaching some pastors a couple of days ago. कुछ दिन पहले पास्टर श्रीनिवासन पास्टरा ਦੇ ਨਾਲ ਸੀਗੇ। He was talking about the persecution, how they're being hounded by persecution. ਉਹ ਦੱਸ ਰਹੇ ਸੀ ਵੀ ਕਿਸ ਤਰ੍ਹਾਂ ਜਿਹੜੇ ਅੱਜਕੱਲ ਦੇ ਮਸੀਹ ਲੋਕ ਹੈਗੇ ਨੇ ਉਹਨਾਂ ਤੇ ਬੜੇ ਹੀ ਔਖੇ ਸਤਾਵ ਆ ਰਹੇ ਨੇ। The Hindus think they're doing their God a service when they persecute the Christians. ਹਿੰਦੂ ਲੋਕ ਸੋਚਦੇ ਨੇ ਕਿ ਜਦੋਂ ਮਸੀਹਾਂ ਦਾ ਸਤਾਵ ਕਰਦੇ ਨੇ ਤੇ ਉਹ ਆਪਣੇ ਪਰਮੇਸ਼ਰ ਵਾਸਤੇ ਅੱਛਾ ਕੰਮ ਕਰ ਰਹੇ The ਨੇ। Muslims think when they persecute us, bomb our churches, they're doing God's service. ਮੁਸਲਮਾਨ ਵੀ ਇਹ ਸੋਚਦੇ ਨੇ ਜਦੋਂ ਸਾਡੀ ਚਰਚਾ ਤੇ ਬੰਬ ਨੂੰ ਉਡਾਉਂਦੇ ਨੇ ਕਿ ਉਹ ਆਪਣੇ ਪਰਮੇਸ਼ਵਰ ਦੀ ਆਪਣਾ ਅੱਛਾ ਕੰਮ ਕਰ ਰਹੇ ਨੇ। That is the promise Lord Jesus gave, and that will happen. ਇਹ ਵਾਅਦਾ ਪ੍ਰਭੂ ਯਿਸੂ ਮਸੀਹ ਨੇ ਕੀਤਾ ਤੇ ਹੋਏਗਾ। Here, because of COVID, people don't come to church. ਇੱਥੇ ਕੋਵਿਡ ਕਰਕੇ ਲੋਕ ਕਲੀਸਿਆ ਨਹੀਂ ਆਉਂਦੇ। When some guest comes, they don't come to church. ਜਦੋਂ ਕੋਈ ਘਰ ਆ ਜਾਵੇ ਤਾਂ ਨਹੀਂ ਆਉਂਦੇ। When they don't understand a little bit of English, they don't come to church.
ਜਦੋਂ ਉਹਨਾਂ ਨੂੰ ਭਾਸ਼ਾ ਸਮਝ ਨਹੀਂ ਆਉਂਦੀ ਤਾਂ ਨਹੀਂ ਆਉਂਦੇ। When they have to make their lawn or put seed their lawn, they don't come to church. ਜਦੋਂ ਉਹਨਾਂ ਨੇ ਬਾਗਬਾਨੀ ਕਰਨੀ ਹੁੰਦੀ ਤਾਂ ਵੀ ਨਹੀਂ ਆਉਂਦੇ। Oh, my child has to study, I can't come to church. ਬੱਚੇ ਨੇ ਪੜ੍ਹਨਾ ਤਾਂ ਨਹੀਂ ਚਰਚ ਆ ਸਕਦਾ। That's not what God promised. ਐਸਾ ਪਰਮੇਸ਼ਵਰ ਨੇ ਵਾਅਦਾ ਨਹੀਂ ਕੀਤਾ। That's not discipleship. ਇਹ ਚੇਲੇ ਦਾ ਕੰਮ ਨਹੀਂ ਹੈਗਾ। This is discipleship. ਇਹ ਚੇਲਾ ਹੋਣਾ ਹੈ You will be persecuted. ਕਿ ਤੁਹਾਡੇ ਤੇ ਸਤਾਵ ਆਏਗਾ। Matthew 5:11. ਮਤੀ 5:11। Blessed are you when men shall revile you, persecute you, and say all manner of evil against you falsely for my sake. धन्य हो तुम जब मनुष्य मेरे कारण तुम्हारी निंदा करे और सताए और झूठ बोलकर तुम्हारे विरोध में सब प्रकार की बुरी बातें। Blessings doesn't come by prophecy or saying, bless me Lord, bless him Lord, bless him. Blessing comes when you are hounded, when you are persecuted. ਤੁਹਾਡੇ ਤੇ ਧੰਨੇ ਤਾਂ ਨਹੀਂ ਕਹਿਲਾਏ ਜਾਂਦੇ ਜਦੋਂ ਕੋਈ ਤੁਹਾਡੇ ਤੇ ਵੱਡੀ ਭਵਿੱਖਬਾਣੀ ਕਰੇ, ਪਰ ਉਦੋਂ ਜਦੋਂ ਤੁਹਾਡੇ ਤੇ ਸਤਾਵ ਆਵੇ। This is how they treated the prophets. ਨਬੀਆਂ ਨਾਲ ਵੀ ਇਸ ਤਰ੍ਹਾਂ ਕੰਮ ਹੋਇਆ। This is how they treated the apostles. ਪ੍ਰੇਰਿਤਾਂ ਦੇ ਨਾਲ ਵੀ ਇਹ ਕੰਮ ਹੋਇਆ। But you know the time is coming when the persecution is going to come. ਸਮੇਂ ਆ ਰਿਹਾ ਹੈਗਾ ਜਦੋਂ ਸਤਾਵ ਹੋਰ ਹੋਏਗਾ। When it comes, don't turn your back. There is no turn around. ਜਦੋਂ ਸਤਾਵ ਆਏ ਤੇ ਤੁਸੀਂ ਉਦੋਂ ਪਿੱਠ ਨਾ ਦਿਖਾਣਾ। Bear the heat. ਉਦੋਂ ਜਿਹੜੀ ਗਰਮੀ ਆ ਰਹੀ ਹੈ ਉਹਨੂੰ ਸਹੋ। Bear the beating. ਜਿਹੜਾ ਮਾਰ ਹੈਗੀ ਉਹਨੂੰ ਸਹੋ। Let us sweat blood. ਭਾਵੇਂ ਸਾਨੂੰ ਆਪਣਾ ਖੂਨ ਦਾ ਪਸੀਨਾ ਦੇਣਾ ਪਵੇ। That is the way Lord Jesus walked. ਉਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਚੱਲੇ। It is enough for the disciple to be like his master. ਜ਼ਰੂਰੀ ਹੈ ਕਿ ਚੇਲਾ ਜਿਹੜਾ ਚੇਲੇ ਉਸੇ ਬਹੁਤ ਹੈ ਕਿ ਆਪਣੇ ਮਾਲਿਕ ਤਰ੍ਹਾਂ ਹੋਏ। The second failure is in Luke 9:59-60. ਤੇ ਦੂਜਾ ਜਿਹੜਾ ਆਪਣਾ ਗਿਰਨ ਦਾ ਕੰਮ ਹੈਗਾ ਉਹ ਲੂਕਾ 9 ਦੇ 59 ਤੇ 60 ਵਿੱਚ। Then he said unto another, follow me. But he said, Lord, let me first go and bury my father. Jesus said to him, let the dead bury their own dead, but you go and preach the kingdom of God. उसने दूसरे से कहा मेरे पीछे हो ले। उसने कहा हे प्रभु मुझे पहले जाने दे कि अपने पिता को गाड़ दूं। उसने उससे कहा मरे हुओं को अपने मुर्दे गाड़ने दे, तू जाकर परमेश्वर के राज्य की कथा सुना। It may look very harsh, ਉਹ ਤੇ ਤੁਹਾਨੂੰ ਬੜਾ ਔਖਾ ਲੱਗੇਗਾ, but let me explain. ਪਰ ਮੈਂ ਤੁਹਾਨੂੰ ਬਿਆਨ ਕਰਨਾ। This young man comes to Lord Jesus, comes to Lord Jesus Christ. ਇਹ ਨੌਜਵਾਨ ਪ੍ਰਭੂ ਯਿਸੂ ਮਸੀਹ ਕੋਲ ਆਉਂਦਾ ਹੈ। Lord Jesus sees his discipleship material. ਪ੍ਰਭੂ ਯਿਸੂ ਮਸੀਹ ਦੇਖਦੇ ਰਹਿੰਦੇ ਚੇਲਾ ਹੁੰਦੇ ਗੁਣ ਹੈਗੇ ਨੇ। He said, follow me. ਉਹ ਕਹਿੰਦੇ ਮੇਰੇ ਪਿੱਛੇ ਹੋ ਲੈ। Then this man is thinking like this. Because of the context of it, I want to explain. ਇਹ ਨੌਜਵਾਨ ਕੀ ਸੋਚਦਾ ਹੈ ਮੈਂ ਦੱਸਾਂਗਾ ਇਹਦੇ ਪਿੱਛੇ ਕੀ He's ਪਰਿਭਾਸ਼ਾ ਹੈ। saying, Master, I think I want to follow you. ਉਹ ਕਹਿੰਦਾ ਮੈਂ ਸੋਚਦਾ ਕਿ ਮੈਂ ਤੁਹਾਡੇ ਮਗਰ ਚੱਲਾਂ। You give bread to the hungry. ਤੁਸੀਂ ਭੁੱਖਿਆਂ ਨੂੰ ਰੋਟੀ ਦਿੰਦੇ You ਹੋ, open the eyes of the blind. ਅੰਨੇ ਦੇ ਅੱਖਾਂ ਖੋਲਦੇ ਹੋ, You heal the sick. ਆਪਣਾ ਬਿਮਾਰਾਂ ਨੂੰ ਚੰਗਾ ਕਰਦੇ I'm ਹੋ। allowed to follow you. ਮੈਨੂੰ ਖੁਸ਼ੀ ਹੋਏਗੀ ਤੁਹਾਡੇ ਪਿੱਛੇ ਚੱਲਣ ਦੀ, But you know, I can't be insecure in you. ਪਰ ਮੈਂ ਤੁਹਾਡੇ 'ਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ। Let me go and take care of my father. ਪਹਿਲੇ ਜਾ ਕੇ ਆਪਣੇ ਮੈਂ ਪਿਤਾ ਦਾ ਧਿਆਨ ਰੱਖਾਂ। When he dies, I will get my portion of my inheritance. ਜਦੋਂ ਉਹ ਮਰ ਜਾਏਗਾ ਤੇ ਉਹ ਮੈਨੂੰ ਮੇਰੇ ਹਿੱਸਾ ਮਿਲ ਜਾਏਗਾ। When I have security of bank balance, ਜਦੋਂ ਮੇਰੇ ਕੋਲ ਪੈਸੇ ਦੀ ਆਪਣਾ ਕੀ ਕਹਿੰਦੇ ਸਿਕਿਉਰਿਟੀ ਹੋਏਗੀ, then I'll come and follow you. ਫਿਰ ਮੈਂ ਤੁਹਾਡੇ ਪਿੱਛੇ ਆ ਕੇ ਚੱਲਾਂਗਾ। When my child has studied well and written the exam, then I'll come to church. ਜਦੋਂ ਮੇਰੇ ਬੱਚੇ ਨੇ ਇਮਤਿਹਾਨ ਦੇ ਲਿਆ ਉਸ ਤੋਂ ਬਾਅਦ ਮੈਂ ਚਰਚ ਆਵਾਂਗਾ। Oh, I have to go to work and otherwise I'll lose money. If I have the money, then I'll come to church. ਜੇ ਮੈਂ ਕੰਮ ਤੇ ਨਹੀਂ ਜਾਵਾਂਗਾ ਤੇ ਮੈਨੂੰ ਪੈਸੇ ਦਾ ਨੁਕਸਾਨ ਹੋਏਗਾ। ਜਦੋਂ ਪੈਸਾ ਹੋਏਗਾ ਮੇਰੇ ਕੋਲ ਤਾਂ ਆਵਾਂਗਾ। Lord Jesus says, you are speaking the language of the dead, of the unsaved, of the unbelievers. ਪ੍ਰਭੂ ਯਿਸੂ ਮਸੀਹ ਨੇ ਕਿਹਾ ਤੂੰ ਮੁਰਦਿਆਂ ਦੀ ਜਾਂ ਜਿਹੜੇ ਬੱਚੇ ਨਹੀਂ ਹੈਗੇ ਉਹਨਾਂ ਦੀ ਭਾਸ਼ਾ ਬੋਲ ਰਿਹਾ। Let the dead bury their dead. ਮੁਰਦਿਆਂ ਨੂੰ ਆਪਣੇ ਮੁਰਦੇ ਗਾੜਨ ਦੇ। You go and preach the gospel. ਤੂੰ ਜਾ ਕੇ ਪਰਮੇਸ਼ਵਰ ਦੇ ਸ਼ੁਭ ਸਮਾਚਾਰ ਦਾ ਪ੍ਰਚਾਰ I'll ਕਰ। tell you, if Christians starts to obey what the scripture says, there will be revival in the land. There won't be churches to hold Christians. Trust me. Today we are you translate that, I have to say. ਮੈਂ ਵਿਸ਼ਵਾਸ ਹੈਗਾ ਮੇਰਾ ਕਿ ਜੇ ਅੱਜ ਦੇ ਜਿਹੜੇ ਮਸੀਹ ਲੋਕ ਹੈਗੇ ਨੇ ਉਹ ਪਰਮੇਸ਼ਵਰ ਦੇ ਮਗਰ ਚੱਲਣ ਤੇ ਕਲੀਸਿਆ ਭਰੀਆਂ ਹੋਣਗੀਆਂ। Today churches are becoming mosques, temples and other things because Christians have told God that you are not on the throne anymore. ਅੱਜ ਕੱਲ ਜਿਹੜੀ ਚਰਚਾ ਹੈਗੀਆਂ ਨੇ ਉਹਦੇ ਵਿੱਚ ਦੂਜੇ ਧਰਮ ਦੇ ਲੋਕ ਜਾ ਕੇ ਇਕੱਠੇ ਹੋ ਰਹੇ ਨੇ। ਕਿਉਂ? ਕਿਉਂਕਿ ਮਸੀਹਾ ਲੋਕਾਂ ਨੇ ਕਿਹਾ ਕਿ ਸਾਡੇ ਜੀਵਨ ਵਿੱਚ ਰੱਬ ਦੀ ਉਹ ਜਗ੍ਹਾ ਨਹੀਂ ਹੈਗੀ।
The third type of failure was this. ਤੀਸਰਾ ਜਿਹੜਾ ਆਪਣਾ ਗਿਰਾਵਟ ਹੈਗੀ ਹੈ 61, 62. 61 ਤੇ 62 Another said to him, Lord, I will follow you, but let me go say bye to them at my house. Lord Jesus said unto him, having put his hand, no man having put his hand on the plow and looking back is fit for the kingdom of God. एक और ने भी कहा कि प्रभु मैं तेरे पीछे हो लूंगा, पर पहले मुझे जाने दे कि अपने घर के लोगों को विदा कराऊं. यीशु ने उससे कहा, जो कोई अपना हाथ हल पर रखकर पीछे देखता है वह परमेश्वर के राज्य के योग्य नहीं. Remember Peter? पतरस को याद है? Remember James and John? जेम्स से जॉन. Lord Jesus said the same thing to them. प्रभु यीशु मसीह ने उन्होंने ये गल कही सी. He said, follow me. उन्हें क्या मेरे पीछे हो लो. The Bible says they left their nets and followed him. वचन कहता है कि ਉਹਨਾਂ ਨੇ ਆਪਣੇ ਨੈਟ ਛੱਡ ਕੇ ਤੇ ਉਹਨਾਂ ਪਿੱਛੇ ਹੋ ਲਏ. You remember Lot's wife. ਤੁਹਾਨੂੰ ਲੂਤ ਦੀ ਪਤਨੀ ਦਾ ਪਤਾ ਹੈ? God destroyed Sodom. ਪਰਮੇਸ਼ਵਰ ਨੇ ਸੋਦੋਮ ਨੂੰ ਤਬਾਹ ਕੀਤਾ. Before that he rescued Lot and his family. ਤੇ ਉਹਨਾਂ ਨੇ ਲੂਤ ਤੇ ਉਹਦੇ ਪਰਿਵਾਰ ਨੂੰ ਬਚਾ ਲਿਆ. Lot should not have been there in the first place. He was caught up in the beauty of the greenness of Sodom. ਲੂਤ ਨੂੰ ਉੱਥੇ ਹੋਣਾ ਨਹੀਂ ਚਾਹੀਦਾ ਸੀ, ਪਰ ਉਹਨੂੰ ਸੋਦੋਮ ਦੀ ਜਿਹੜੀ ਹਰਿਆਲੀ ਹੈਗੀ ਹੈ ਉਹਨੂੰ ਪਰਮਾ ਗਈ. But the Bible says Lot was vexed on the unrighteousness of Sodom. ਪਰ ਪਰਮੇਸ਼ਵਰ ਦਾ ਵਚਨ ਕਹਿੰਦਾ ਕਿ ਜਿਹੜਾ ਲੂਤ ਹੈਗਾ ਉਹਦਾ ਦਿਲ ਦੁਖੀ ਸੀ ਉਹਦੇ ਹਾਲਾਤ ਦੇਖ ਕੇ. By his grace he pulls them out. ਪਰਮੇਸ਼ਵਰ ਦਾ ਅਨੁਗ੍ਰਹ ਕਰਕੇ ਪਰਮੇਸ਼ਵਰ ਨੂੰ ਨਿਕਾਲਿਆ. Tells them don't turn back. ਕਿਹਾ ਪਿੱਛੇ ਮੁੜ ਕੇ ਨਹੀਂ ਦੇਖਣਾ. But remember what happened. ਪਰ ਪਤਾ ਕੀ ਹੋਇਆ? The battle intensified. ਜਿਹੜੀ ਲੜਾਈ ਉਹ ਤੇਜ਼ ਹੋਈ. Lot's wife was running with Lot. ਲੂਤ ਦੀ ਪਤਨੀ ਉਹਦੇ ਨਾਲ ਭੱਜ ਰਹੀ ਸੀ. She began thinking of the things what she has left behind. ਉਹਦੇ ਮਨ ਜੋ ਚੀਜ਼ਾਂ ਆਣੀ ਸ਼ੁਰੂ ਹੋਈਆਂ ਜੋ ਪਿੱਛੇ ਛੋੜ ਆਈ ਹੈ. Maybe her relationships. ਹੋ ਸਕਦਾ ਰਿਸ਼ਤੇ ਹੋਣ. Maybe her friends. ਦੋਸਤ ਹੋਣ. Maybe her house. ਘਰ ਹੋਏ. Maybe all the gold she left back. ਬਹੁਤ ਸਾਰਾ ਸੋਨਾ ਭਾਵੇਂ ਛੱਡ ਆਈ ਹੋਵੇ. She turned back. ਉਹਨੇ ਮੁੜ ਕੇ ਦੇਖਿਆ. Became a pillar of salt. ਤੇ ਉਹ ਆਪਣਾ ਕੀ ਕਹਿੰਦੇ ਨੇ ਨਮਕ ਦਾ ਖੰਭਾ ਬਣ ਗਈ. That's the saddest thing. ਇਸ ਉਦਾਸੀ ਦੀ ਗੱਲ ਹੈ. When a believer turns back, he also becomes a pillar of salt in the sense that his spirituality will go down. ਜਿਵੇਂ ਕਿ ਚੇਲਾ ਵੀ ਜਦੋਂ ਮੁੜ ਕੇ ਵੇਖਦਾ ਹੈਗਾ ਤੇ ਉਹਦੀ ਵੀ ਜਿਹੜੀ ਰੂਹਾਨੀ ਆਪਣਾ ਗਿਆਨ ਹੁੰਦਾ ਹੈ ਉਹ ਖਤਮ ਹੋ ਜਾਂਦਾ ਹੈ. In contrast, I want to bring to your mind a man called Manayan. ਦੂਜੇ ਪਾਸੇ ਮੈਂ ਤੁਹਾਨੂੰ ਇੱਕ ਮਨਾਇਨ ਦੀ ਗੱਲ He is ਸੁਣਾਵਾਂਗਾ. mentioned in the scripture. ਵਚਨ ਵਿੱਚ ਨਾਮ ਹੈਗਾ There is ਉਹਦਾ. one mention, but it's a great mention. ਇੱਕ ਵਾਰ ਲਿਖਿਆ ਗਿਆ ਬੜਾ ਅੱਛਾ ਵਰਣਨ ਕੀਤਾ ਹੈ. Who can remember Manayan? ਕੌਣ ਮਨਾਇਨ ਦੇ ਬਾਰੇ I ਸੋਚ know ਸਕਦਾ many ਹੈ? people may not remember. ਬਹੁਤ ਲੋਕ ਨਹੀਂ ਯਾਦ ਰੱਖਣਗੇ. Acts 13:1. He is mentioned only once. ਪ੍ਰੇਰਿਤਾ 13 ਦੇ ਕੀ ਉਹਦੇ ਬਾਰੇ ਵਰਣਨ ਹੈ. But see what it is. ਦੇਖੋ ਕੀ ਹੈ. And he says, and they were in the church at that Antioch certain prophets and teachers as Barnabas, Simeon, and there was that was called Niger, and Lucius of Cyrene, and Manaen, which had been brought up with Herod the Tetrarch and Saul. अंताकिया की कलीसिया के में कितने भविष्यवक्ता उपदेशक थे, अर्थात बरनबास और शमौन जो निगर कहलाता है, लूकियस किरोनी और देश के चौथाई राजा हेरोदेस का दूध भाई मनहोम और शमूएल. You see, he is mentioned only once. उनका नाम इक्को बार ही आया. He was one of the early people who are involved in the missionary effort of the church. वो ऐसा इंसान थी जड़ा की कलीसिया दी शुरुआत ही नाल सी. But his name is very little we know about him. पर ਅਸੀਂ ਉਹਦੇ ਬਾਰੇ ਘੱਟ ਜਾਣਦੇ ਆ. But it is very interesting. पर खास है. It was a custom in biblical days. ਉਹਨਾਂ ਦਿਨਾਂ 'ਚ ਰਿਵਾਜ ਸੀ. When the ruler's son is born, ਜਦੋਂ ਕਿ ਰਾਜਾ ਦਾ ਬੇਟਾ ਹੁੰਦਾ ਸੀ, some of the common people around the palace, who are known to the ruler, their children also will grow up with the prince. ਤੇ ਜਿਹੜੇ ਉਹ ਰਾਜਾ ਦੇ ਘਰ ਦੇ ਆਸ-ਪਾਸ ਜਿਹੜੇ ਲੋਕ ਰਹਿੰਦੇ ਸੀ, ਉਹਨਾਂ ਦੇ ਬੱਚੇ ਵੀ ਰਾਜਾ ਦੇ ਬੇਟੇ ਨਾਲ ਵੱਡੇ ਹੁੰਦੇ ਸੀ. It is the same today in Dubai rulers too. ਦੁਬਈ ਵਿੱਚ ਵੀ ਅੱਜਕੱਲ ਇਹ ਚੀਜ਼ ਚੱਲਦੀ ਹੈ. Some common people grow up with the ruler. ਕੁਝ ਜਿਹੜੇ ਆਮ ਲੋਕ ਹੁੰਦੇ ਨੇ ਉਹ ਸ਼ਾਸਕ ਦੇ ਪੁੱਤਰ ਦੇ ਨਾਲ ਵੱਡੇ ਹੁੰਦੇ ਨੇ. And they will remain with them their whole life. ਤੇ ਉਸ ਦੇ ਨਾਲ ਸਾਰੀ ਉਮਰ ਰਹਿੰਦੇ ਨੇ. This person, Manaen, came to live with Herod the Tetrarch. ਇਹ ਮਨੋਨ ਜਿਹੜਾ ਸੀਗਾ
ਉਹ ਹੈਰਡ ਦੇ ਨਾਲ ਰਹਿੰਦਾ ਸੀ, and grew up with him in the palace. ਉਹਦੇ ਨਾਲ ਮਹਿਲ ਵਿੱਚ ਵੱਡਾ ਹੋਇਆ। Imagine this man must have seen Lord Jesus being brought to Herod. ਤੇ ਇਸ ਇਨਸਾਨ ਨੇ ਦੇਖਿਆ ਹੋਵੇਗਾ ਜਦੋਂ ਪ੍ਰਭੂ ਯਿਸੂ ਮਸੀਹ ਹੈਰੋਦੇਸ ਦੇ ਸਾਹਮਣੇ ਲਿਆਇਆ ਗਿਆ, He must have seen the humiliation Lord Jesus went through with Herod. ਉਹਨੇ ਦੇਖਿਆ ਹੋਵੇਗਾ ਕਿ ਕਿਵੇਂ ਉਹਨਾਂ ਤੇ ਤਾੜਨਾ ਕੀਤੀ ਗਈ। Something worked in this young man's life. ਇਸ ਜਵਾਨ ਦੇ ਜੀਵਨ ਵਿੱਚ ਕੋਈ ਚੀਜ਼ ਬਦਲਾਅ ਆਈ। But when the time came to choose between the church and Herod's palace, he chose the church. ਪਰ ਜਦੋਂ ਸਮੇਂ ਆਇਆ ਕਿ ਉਹਨੇ ਨਿਰਣੇ ਕਰਨਾ ਸੀ ਵੀ ਮਹਿਲ ਤੇ ਕਲੀਸਿਆ ਦੇ ਵਿੱਚ ਚੁਣੇ, ਤੇ ਉਹਨੇ ਕਲੀਸਿਆ ਨੂੰ ਚੁਣਿਆ, He chose Christ. ਉਹਨੇ ਪ੍ਰਭੂ ਨੂੰ ਚੁਣਿਆ। I'm going to little bit imagine, okay? Allow me. Imagine with me. ਮੈਂ ਕੋਈ ਚੀਜ਼ ਇਮੇਜਿਨ ਕਰਨਾ ਚਾਹਨਾ, ਮੇਰੇ ਨਾਲ ਰਹੋ ਸੀ। He would have looked around the treasures of the palace. ਉਹਨੇ ਆਸ-ਪਾਸ ਦੇਖਿਆ ਉਹਨੇ ਕਿ ਮਹਿਲ ਵਿੱਚ ਕਿੰਨੇ ਬਹੁਮੁੱਲੇ ਚੀਜ਼ਾਂ ਨੇ। He found Christ more interesting. ਉਹਦੇ ਵਾਸਤੇ ਜਿਹੜਾ ਪ੍ਰਭੂ ਯਿਸੂ ਮਸੀਹ ਸੀਗੇ ਉਹਨਾਂ ਦਾ ਪਲੜਾ ਭਾਰੀ ਰਿਹਾ। Herod must have told him, ਹੈਰਡ ਨੇ ਕਿਹਾ ਹੋਵੇਗਾ ਸ਼ਾਇਦ Manaen, come into my room. ਕਿ ਮਨਾਇਨ ਤੂੰ ਮੇਰੇ ਕਮਰੇ ਚ ਆ। Is it true you are going to follow that Nazarene? ਕਿਆ ਸਹੀ ਹੈ ਕਿ ਤੂੰ ਨਾਜ਼ਰੀਨ ਦੇ ਪਿੱਛੇ ਜਾਣਾ I ਚਾਹੁੰਦਾ? have fed you, I have clothed you. ਮੈਂ ਤੈਨੂੰ ਰੋਟੀ ਦਿੱਤੀ, ਮੈਂ ਤੈਨੂੰ ਕੱਪੜੇ You have ਦਿੱਤੇ, got more privilege than many people. ਬਹੁਤ ਲੋਕਾਂ ਤੋਂ ਉੱਪਰ ਹੈਗਾ ਤੂੰ। No, Manaen, you have to stay here and give up Christianity. ਉਹ ਕਹਿੰਦੇ ਮਨਾਇਨ ਤੂੰ ਉੱਥੇ ਰਹਿ ਤੇ ਮਸੀਹਤ ਛੋੜ ਦੇ। Manaen would have said, ਮਨਾਇਨ ਨੇ ਸ਼ਾਇਦ ਕਿਹਾ ਹੋਵੇ I have decided to follow Jesus Christ. ਮੈਂ ਫੈਸਲਾ ਕੀਤਾ ਪ੍ਰਭੂ ਯਿਸੂ ਮਸੀਹ ਪਿੱਛੇ ਚੱਲਣ ਦਾ। No turning back, no turning back. ਮੈਂ ਮੁੜ ਕੇ ਨਹੀਂ ਦੇਖ ਸਕਦਾ, ਮੁੜ ਕੇ ਨਹੀਂ ਦੇਖ ਸਕਦਾ। No rival, no refusal, no retreat. ਕੋਈ ਉਹ ਤੁਹਾਡੇ ਬਰਾਬਰ ਨਹੀਂ ਹੈਗਾ, ਤੁਹਾਡੀ ਕਿਸੇ ਗੱਲ ਨੂੰ ਮੈਂ ਮਨਾ ਨਹੀਂ ਕਰਨਾ ਹੈਗਾ ਤੇ ਨਾ ਮੈਂ ਪਿੱਛੇ ਮੁੜ ਕੇ ਦੇਖਣਾ। That is the requirement of being a disciple. ਇਹ ਇੱਕ ਚੇਲਾ ਹੋਣ ਦੀ ਕੀ ਕਹਿੰਦੇ ਨੇ ਸ਼ਰਤ ਹੈਗੀ ਹੈ। So how to be a disciple? ਤੇ ਉਹ ਚੇਲਾ ਕਿਵੇਂ ਬਣ ਸਕਦੇ I ਆ? want to give you 3 L's. ਮੈਂ ਤੁਹਾਨੂੰ Letter 3 L. ਐਲ ਦੇਣਾ ਚਾਹਨਾ। Number 1, ਪਹਿਲਾ, placing God's truth in my heart. Number 1 L is learning. ਪਹਿਲਾ ਹੈਗਾ ਕਿ ਆਪਾਂ ਸਿੱਖਣਾ ਹੈ ਕਿ ਪਰਮੇਸ਼ਵਰ ਦੇ ਸੱਚ ਨੂੰ ਦਿਲ ਵਿੱਚ ਰੱਖੀਏ। When we read God's word, ਜਦੋਂ ਵਚਨ ਪੜ੍ਹਨੇ ਆ it has to descend from the mind to the heart. ਉਹ ਸਾਡੇ ਦਿਮਾਗ ਤੋਂ ਸਾਡੇ ਦਿਲ ਹੀ ਜਾਣਾ ਚਾਹੀਦਾ ਹੈ। Anything which is not in our heart, we will never do it. ਕੋਈ ਚੀਜ਼ ਜਿਹੜੀ ਸਾਡੇ ਦਿਲ ਵਿੱਚ ਨਹੀਂ ਹੈਗੀ ਅਸੀਂ ਕਦੀ ਨਹੀਂ ਕਰਾਂਗੇ। Heart means will. ਦਿਲ ਦਾ ਮਤਲਬ ਹੈ ਇੱਛਾ। Where there is a will, there is a way. ਜਿੱਥੇ ਇੱਛਾ ਹੈਗੀ ਹੈ ਉੱਥੇ ਰਸਤਾ ਹੈਗਾ। Psalm 119 is a wonderful psalm about instructions of God's word. ਸਾਮ ਭਜਨ ਸੰਗੀਤਾ 119 ਜਿਹੜਾ ਹੈਗਾ ਉਹ ਇੱਕ ਬੜਾ ਅੱਛਾ ਭਜਨ ਹੈ ਜਿੰਦੇ ਪਰਮੇਸ਼ਵਰ ਦੇ ਹੁਕਮ ਹੈਗੇ ਨੇ। At least 15 of those 176 verses talk about how word of God and the heart. 115 ਵਰਸ ਜਿਹੜੇ ਹੈਗੇ ਨੇ ਉਹਦੇ ਵਿੱਚ ਉਹ ਦਿਲ ਦੀ ਜਾਂ ਪਰਮੇਸ਼ਵਰ ਦੇ ਵਚਨ ਦੀ ਗੱਲ ਕਰਦੇ For ਨੇ। example, verse 10, Psalm 119 verse 10. 119 ਦਾ 10, With my whole heart I have sought thee, O let me not wander from thy commandments. मैं पूरे मन से तेरी खोज में लगा हूँ, मुझे मेरी आज्ञाओं की मुझे तेरी आज्ञाओं की बाट से भटकने ना दे। To keep his commandments, we have to seek it with the whole heart. ਉਹਨਾਂ ਦੇ ਹੁਕਮਾਂ ਚੱਲਣ ਵਾਸਤੇ ਸਾਨੂੰ ਪੂਰਾ ਦਿਲ ਲਗਾਉਣਾ ਚਾਹੀਦਾ ਹੈ। Half-hearted effort, God will not respect. ਅੱਧੇ ਮਨ ਨਾਲ ਕੀਤਾ ਕੰਮ ਪਰਮੇਸ਼ਵਰ ਆਦਰ ਨਹੀਂ ਕਰਦੇ। The word will be closed to you. ਸੰਸਾਰ ਨਜ਼ਦੀਕ ਹੋਏਗਾ। No, the word will be closed to you if you go with half heart. ਜੇ ਤੁਸੀਂ ਅੱਧੇ ਦਿਲ ਨਾਲ ਜਾਓਗੇ ਤੇ ਪਰਮੇਸ਼ਵਰ ਦਾ ਵਚਨ ਤੁਹਾਡੇ ਵਾਸਤੇ ਬੰਦ ਹੈ। Take verse 11 for example. 11ਵਾਂ, Thy word have I hid in my heart that I may not sin against thee. मैंने तेरे वचन को अपने हृदय में रख छोड़ा है कि तेरे विरुद्ध पाप ना करूं। The Christian life starts with the word of God. पर मसीहत जीवन ਜਿਹੜਾ ਹੈਗਾ ਉਹ ਵਚਨ ਤੋਂ ਸ਼ੁਰੂ ਹੁੰਦਾ ਹੈ। It is primary, it is fundamental. ਉਹ ਸ਼ੁਰੂਆਤੀ ਹੈਗਾ ਉਹ ਆਪਣਾ ਕੀ ਕਹਿੰਦੇ ਨੇ ਫੰਡਾਮੈਂਟਲ ਹੈ। You have to know the power of God's word. ਸਾਨੂੰ ਪਰਮੇਸ਼ਵਰ ਦੇ ਵਚਨ ਦੀ ਤਾਕਤ ਦਾ ਪਤਾ ਹੋਣਾ The ਚਾਹੀਦਾ। word of God is the representation of Lord Jesus Christ. ਪਰਮੇਸ਼ਵਰ ਜਿਹੜਾ ਵਚਨ ਹੈਗਾ ਉਹ ਪ੍ਰਭੂ ਯਿਸੂ ਮਸੀਹ ਨੂੰ ਦਰਸਾਉਂਦਾ ਹੈ। Knowing the word will know him. ਵਚਨ ਨੂੰ ਜਾਣਨ ਨਾਲ ਅਸੀਂ ਉਹਨਾਂ ਨੂੰ ਜਾਣਾਂਗੇ। John 1:1. ਯੋਹੰਨਾ 1:1। In the beginning was the word was with God, and the word was God. आदि में वचन था, वचन परमेश्वर के साथ था और वचन परमेश्वर था। 1:14 says, 1:14 कहता है the word was made flesh and dwelt among us,
and we beheld his glory as the glory of the only begotten of the Father, full of grace and truth. और वचन देहधारी हुआ और अनुग्रह और सच्चाई से परिपूर्ण होकर हमारे बीच में डेरा किया, और हमने उसकी ऐसी महिमा देखी जैसे पिता के इकलौते की महिमा. This is the power of the word of God that we carry in our hand. ਇਹ ਪਰਮੇਸ਼ਰ ਦੇ ਵਚਨ ਦੀ ਉਹ ਤਾਕਤ ਹੈਗੀ ਹੈ ਜਿਹੜਾ ਸਾਡੇ ਕੋਲ ਹੈਗਾ. When we don't read, when we don't meditate, when we don't, desire the word, we are neglecting Lord Jesus Christ. ਜਦੋਂ ਅਸੀਂ ਉਹਨੂੰ ਪੜ੍ਹਦੇ ਨਹੀਂ ਹੁੰਦੇ ਤੇ ਮੱਥਨ ਨਹੀਂ ਕਰਦੇ ਜਾਂ ਉਹਦੀ ਅਸੀਂ ਇੱਛਾ ਨਹੀਂ ਰੱਖਦੇ ਤਾਂ ਅਸੀਂ ਪਰਮੇਸ਼ਰ ਦੇ ਵਚਨ ਤੋਂ ਅਲੱਗ ਹੋ ਜਾਂਦੇ If ਹਾਂ. you depend on TV, YouTube, what else? All these for God's word, you will not get a single thing from God. Trust me. ਜੇ ਅਸੀਂ ਆਪਣਾ ਟੀਵੀ ਤੇ ਲੋਕਾਂ ਦੇ ਮੈਸੇजेस ਤੇ ਨਿਰਭਰ ਕਰਾਂਗੇ ਤੇ ਸਾਨੂੰ ਕੁਝ ਨਹੀਂ ਮਿਲੇਗਾ ਵਚਨ ਤੋਂ. Every day we ask God, Lord, I want to know you more and want to know you more. It's one of those stupid prayers. ਹਰ ਵਾਰ ਅਸੀਂ ਕਹਿਣਾ ਚਾਹੁੰਦੇ ਕਿ ਪਰਮੇਸ਼ਰ ਮੈਂ ਤੁਹਾਨੂੰ ਬਿਹਤਰ ਜਾਣਨਾ ਚਾਹਨਾ. This is another prayer God has already answered. He has given you his word. You will know about him. ਇਹ ਤੁਹਾਡੀ ਜਿਹੜੀ ਪ੍ਰਾਰਥਨਾ ਹੈ ਕਿ ਪਰਮੇਸ਼ਰ ਦਾ ਜਵਾਬ ਦੇ ਚੁੱਕੇ ਨੇ, ਤੁਹਾਨੂੰ ਵਚਨ ਦੇਤਾ. To know God, know his word. ਪਰਮੇਸ਼ਰ ਨੂੰ ਜਾਣਨਾ ਮਤਲਬ ਹੈ ਵਚਨ ਨੂੰ ਜਾਣਨਾ. Don't wait for prophecies and all those things. ਇਸ ਕਰਕੇ ਭਵਿਸ਼ਯਵਾਣੀਆਂ ਦੀ ਹੋਰ ਚੀਜ਼ਾਂ ਦੀ ਚਿੰਤਾ ਨਾ ਕਰੋ. Every prophecy, every word, every dream, every experience that is not from God's word is not from God. ਜਿਹੜਾ ਵੀ ਤੁਹਾਨੂੰ ਸੁਪਨ ਆਉਂਦਾ, ਜਿਹੜੀ ਵੀ ਗੱਲਾਂ ਨੇ, ਜਿਹੜੀ ਵੀ ਭਵਿਸ਼ਯਵਾਣੀ ਹੈਗੀਆਂ ਨੇ, ਜਿਹੜੇ ਵਚਨ ਦੇ ਨਾਲ ਮੇਲ ਨਹੀਂ ਖਾਂਦੀਆਂ, ਉਹ ਬੇਕਾਰ ਨੇ. We have to be well versed in the Bible. ਸਾਨੂੰ ਪਰਮੇਸ਼ਰ ਦੇ ਵਚਨ ਤੋਂ ਪੂਰਾ ਗਿਆਨ ਹੋਣਾ ਚਾਹੀਦਾ Many ਹੈ. of us don't read God's word. ਜਿਹੜੇ ਵਚਨ ਨਹੀਂ ਪੜ੍ਹਦੇ ਹੈਗੇ. Many of us don't even know how many books are there in the Bible. ਕਈਆਂ ਨੂੰ ਪਤਾ ਨਹੀਂ ਕਿੰਨੇ ਬਾਈਬਲ ਦੀ ਬੁੱਕਸ ਹੈਗੀਆਂ Any ਨੇ. preacher can say anything and we accept it because we are unable to judge it. ਕੋਈ ਪ੍ਰਚਾਰਕ ਕੁਝ ਵੀ ਕਵੇ ਅਸੀਂ ਉਹਨੂੰ ਸਮਝ ਨਹੀਂ ਸਕਦੇ ਕਿਉਂਕਿ ਉਹਨੂੰ ਮਿਲਾ ਨਹੀਂ We ਸਕਦੇ. go by feelings. ਅਸੀਂ ਭਾਵਨਾਵਾਂ ਨਾਲ ਜਾਣਦੇ I ਹਾਂ. don't feel what he's saying is right. Your feelings will change tomorrow. Brothers, don't depend on, sisters, don't depend on that. ਤੁਹਾਡੀ ਜਿਹੜੀ ਆਪਣਾ ਭਾਵਨਾ ਹੈਗੀ ਹੈ ਉਹ ਕੱਲ ਬਦਲ ਜਾਏਗੀ, ਉਹਦੇ ਤੇ ਨਿਰਭਰ ਨਾ ਕਰੋ. You have to read the Bible to practice, to meditate, to understand and to live it. ਸਾਨੂੰ ਜ਼ਰੂਰੀ ਹੈ ਕਿ ਅਸੀਂ ਵਚਨ ਪੜ੍ਹੀਏ, ਉਹਦੇ ਤੇ ਮੈਡੀਟੇਟ ਕਰੀਏ, ਉਹਦੇ ਉੱਤੇ ਬਾਰ-ਬਾਰ ਸੋਚੀਏ. With this charismatics, too much is dependent on imaginary prophecies, imaginary, all sorts of supernatural things. You read God's word and you understand God's word. Without it, you will not be able to understand the supernatural things. ਇਹ ਜਿਹੜੇ ਇਵੈਂਜਲਿਸਟ ਹੈਗੇ ਨੇ ਇਹ ਸੁਪਰਨੈਚੁਰਲ ਗੱਲਾਂ ਕਰਦੇ ਨੇ, ਪਰ ਜੇ ਅਸੀਂ ਪਰਮੇਸ਼ਰ ਦਾ ਵਚਨ ਪੜਾਂਗੇ ਤੇ ਸਾਨੂੰ ਪਰਮੇਸ਼ਰ ਦੇ ਗਹਿਰਾਈਆਂ ਨਾਲ ਸੁਪਰਨੈਚੁਰਲ ਚੀਜ਼ਾਂ ਦਾ ਪਤਾ ਲੱਗੇਗਾ. The second L is living the word of God. ਦੂਸਰਾ ਐਲ ਹੈਗਾ ਪਰਮੇਸ਼ਰ ਦੇ ਵਚਨ ਨਾਲ ਜੀਵਨ ਜੀਣਾ. What we read and meditate in God's word, we have to put in practice. ਜੋ ਅਸੀਂ ਪੜ੍ਹਨੇ ਤੇ ਮੰਥਨ ਕਰਨੇ ਆ ਉਹਦੇ ਨਾਲ ਜੀਣਾ ਜ਼ਰੂਰੀ ਹੈ. It needs discipline. ਉਹਦੇ ਵਾਸਤੇ ਅਨੁਸ਼ਾਸਨ ਦੀ ਜ਼ਰੂਰਤ It ਹੈ. it needs that we get up from our failures. ਇਹਦਾ ਮਤਲਬ ਹੈ ਅਸੀਂ ਆਪਣੀ ਜਿਹੜੀ ਆਪਣਾ ਕਮੀਆਂ ਨੇ ਉਹਨਾਂ ਤੋਂ ਉੱਠੀਏ. It needs practice. ਉਹਦੇ ਵਾਸਤੇ ਪ੍ਰੈਕਟਿਸ ਦੀ ਜ਼ਰੂਰਤ ਹੈ. It needs adoration of God's word. ਉਹਦੇ ਵਾਸਤੇ ਸਾਨੂੰ ਪਰਮੇਸ਼ਰ ਦੇ ਵਚਨ ਦਾ ਸਨਮਾਨ ਹੋਣਾ ਚਾਹੀਦਾ ਹੈ. Lord Jesus Christ has said, ਪ੍ਰਭੂ ਯਿਸੂ ਮਸੀਹ ਨੇ ਕਿਹਾ man shall not live by every bread alone, ਕਿ ਇਨਸਾਨ ਸਿਰਫ ਰੋਟੀ ਤੋਂ ਜ਼ਿੰਦਾ ਨਹੀਂ ਰਹਿੰਦਾ, but every word that proceeds from the mouth of God. ਪਰ ਹਰ ਉਸ ਵਚਨ ਤੋਂ ਜਿਹੜਾ ਪਰਮੇਸ਼ਰ ਦੇ ਮੁਖ ਤੋਂ ਨਿਕਲਦਾ ਹੈ. Many believers are not eating this, from the mouth of God. They are not able to process the word from the mouth of God. ਬਹੁਤ ਸਾਰੇ ਵਿਸ਼ਵਾਸੀ ਜਿਹੜੇ ਹੈਗੇ ਨੇ ਉਹ ਉਸ ਰੋਟੀ ਤੋਂ ਭੋਜਨ ਨਹੀਂ ਕਰ ਰਹੇ, ਉਹ ਜਿਹੜਾ ਵਚਨ ਹੈਗਾ ਉਹਨੂੰ ਉਹ ਸਮਝ ਨਹੀਂ We ਪਾਉਂਦੇ. depend on others to get us the word of God. ਉਹ ਦੂਸਰਿਆਂ ਤੇ ਨਿਰਭਰ ਹੁੰਦੇ ਨੇ ਵਚਨ ਪਾਉਣ ਵਾਸਤੇ. Psalm 119, 105. ਭਜਨ ਸੰਗੀਤਾ 119 ਦਾ 105. Thy word is a lamp unto my feet, a light unto my path. तेरा वचन मेरे पाँव के लिए दीपक और मेरे मार्ग के लिए उजाला है. The Bible says the world is darkness. It is God's word which has the light to lead us. ਪਰਮੇਸ਼ਰ ਦਾ ਵਚਨ ਕਹਿੰਦਾ ਸੰਸਾਰ ਅੰਧਕਾਰ ਹੈਗਾ, ਇਹ ਵਚਨ ਜਿਹੜਾ ਹੈਗਾ ਇਹ ਸਾਨੂੰ ਰੋਸ਼ਨੀ ਦਿਖਾਉਂਦਾ ਹੈ. God's word is fundamental to discipleship. ਇਸ ਕਰ ਪਰਮੇਸ਼ਰ ਦਾ ਜਿਹੜਾ ਵਚਨ ਹੈਗਾ ਉਹ ਇੱਕ ਚੇਲੇ ਵਾਸਤੇ ਆਧਾਰ ਹੈ. It is the foundation. ਸਾਡੇ ਵਾਸਤੇ ਨੀਂਹ ਹੈ. It is the structure. ਸਾਡੇ ਵਾਸਤੇ ਉਹ ਭਵਨ ਹੈ. It is mind renewing.
ਸਾਡੇ ਜਿਹੜੇ ਮਨ ਨੂੰ ਨਵਾਂ ਕਰਦਾ ਹੈ। Without the word, the believer cannot progress into discipleship. ਇੱਕ ਵਚਨ ਜੇ ਨਹੀਂ ਹੈਗਾ ਤੇ ਵਿਸ਼ਵਾਸੀ ਜਿਹੜਾ ਹੈਗਾ ਉਹ ਚੇਲਾ ਨਹੀਂ ਬਣ ਸਕਦਾ। First, learn the word, ਪਹਿਲਾਂ ਸਿੱਖੋ, then practice. ਫਿਰ ਉਹਨੂੰ ਜੀਵਨ ਲੈ ਕੇ ਆਓ। You will fail. ਤੁਸੀਂ ਗਿਰੋਗੇ, It's not a problem. ਕੋਈ ਗੱਲ ਨਹੀਂ, Get up and walk. ਖੜੇ ਹੋਵੋ ਫਿਰ ਚੱਲੋ, Then practice. ਫਿਰ ਤਿਆਰ ਹੋਵੋ। Some things you cannot do by yourself. ਕੁਝ ਚੀਜ਼ਾਂ ਤੁਸੀਂ ਆਪਣੇ ਆਪ ਨਹੀਂ ਕਰ Some ਸਕਦੇ, things you can do by yourself. ਕੁਝ ਚੀਜ਼ਾਂ ਆਪਣੇ ਆਪ ਕਰ The ਸਕਦੇ ਹੋ, obvious things you can do by yourself. ਜਿਹੜੇ ਚੀਜ਼ਾਂ ਆਪਣੇ ਆਪ ਕਰ ਸਕਦੇ ਹੋ। But some things you need the help of the Lord Holy Spirit. ਕੁਝ ਚੀਜ਼ਾਂ ਨੇ ਜਿਨ੍ਹਾਂ ਸੇ ਪਵਿੱਤਰ ਆਤਮਾ ਦੀ ਜ਼ਰੂਰਤ ਹੈ। When you submit to Him, ਜਦੋਂ ਅਸੀਂ ਉਹਨਾਂ ਦੇ ਅਧੀਨ ਆਨੇ ਆ, He will put a program together. ਉਹ ਇੱਕ ਤੁਹਾਡੇ ਸੇ ਪ੍ਰੋਗਰਾਮ ਬਣਾਉਣਗੇ, Then, so that the word of God will apply to your specific life. ਕਿਉਂਕਿ ਫਿਰ ਉਹ ਜਿਹੜਾ ਵਚਨ ਹੈਗਾ ਉਹ ਤੁਹਾਡਾ ਜਿਹੜਾ ਨਿੱਜੀ ਜੀਵਨ ਉਹਦੇ ਹਿਸਾਬ ਨਾਲ ਚੱਲੇਗਾ। You cannot live based on someone else's experience. ਤੁਸੀਂ ਕਿਸੇ ਹੋਰ ਦੇ ਤਜਰਬੇ ਨਾਲ ਨਹੀਂ ਜੀ ਸਕਦੇ। You can learn from others, ਸਿੱਖ ਸਕਦੇ ਹੋ, but your life is unique among the 7 billion people in this world. ਪਰ ਤੁਹਾਡਾ ਜਿਹੜਾ ਜੀਵਨ ਹੈਗਾ ਉਹ 7 ਬਿਲੀਅਨ ਲੋਕਾਂ 'ਚ ਸਭ ਤੋਂ ਵੱਖਰਾ ਹੈ। Only the Lord Holy Spirit knows a specific program for you. ਸਿਰਫ ਪਵਿੱਤਰ ਆਤਮਾ ਜੀ ਤੁਹਾਡੇ ਵਾਸਤੇ ਖਾਸ ਪ੍ਰੋਗਰਾਮ ਜਾਣਦੇ ਨੇ। Fellowship with the Lord Holy Spirit. ਉਹਨਾਂ ਨਾਲ ਸਹਿਭਾਗਿਤਾ, Spend time in prayer. ਪ੍ਰਾਰਥਨਾ ਸਮੇਂ, Meditation of God's word. ਮੰਥਨ ਕਰਨਾ, Get into the institute of the Lord Holy Spirit. ਪਵਿੱਤਰ ਆਤਮਾ ਜੀ ਦੇ ਇੰਸਟੀਚਿਊਟ ਦਾਖਲਾ ਲਓ। That is where today we are failing as believers. ਵਿਸ਼ਵਾਸੀ ਹੋਣ ਦੇ ਨਾਤੇ ਅਸੀਂ ਉੱਥੇ ਨਾਕਾਮਯਾਬ The ਹੁੰਦੇ ਹਾਂ। hype is about healing. Hype is about healing. Hype means ਅੱਜ ਕੱਲ ਦੀ ਜਿਹੜੇ ਗੱਲਾਂ ਹੈਗੀਆਂ ਨੇ ਉਹ ਹੈਗੀਆਂ ਸਿਰਫ ਚੰਗਿਆਈ ਦੀਆਂ, miracles, ਅਦਭੁਤ ਕੰਮ, tongues, ਗੈਰ gifts ਜ਼ਬਾਨਾਂ, of the Spirit. ਆਤਮਾਵਾਂ ਦੇ ਆਪਣਾ ਫਲ, All these are important, ਇਹ ਸਭ ਜ਼ਰੂਰੀ ਨੇ, but it's not the main thing. ਪਰ ਇਹ ਖਾਸ ਗੱਲ ਨਹੀਂ ਹੈਗੀ। The greatest miracle today ਜਿਹੜਾ ਸਭ ਤੋਂ ਵੱਡਾ ਅਦਭੁਤ ਤਜਰਬਾ ਹੈਗਾ is a human being transformed into the image of the Son of God. ਕਿ ਜਿਹੜਾ ਇਨਸਾਨ ਹੈਗਾ ਉਹ ਪਰਮੇਸ਼ਵਰ ਦੇ ਬੇਟੇ ਦੇ ਛਵੀ 'ਚ ਹੋ ਜਾਏ। All these other things should support that. ਇਹ ਬਾਕੀ ਸਾਰੀ ਚੀਜ਼ਾਂ ਉਹਦੀ ਮਦਦ ਕਰਦੀਆਂ If ਨੇ। those become primary, then we have failed. ਜੇ ਉਹ ਚੀਜ਼ਾਂ ਪਹਿਲ ਬਣ ਜਾਂਦੀਆਂ ਨੇ ਫਿਰ ਅਸੀਂ ਨਾਕਾਮਯਾਬ ਹਾਂ। Miracles, healing, supernatural things, if they make us proud, ਜੇ ਗੈਰ ਜ਼ਬਾਨਾਂ ਜਾਂ ਚਮਤਕਾਰ ਸਾਨੂੰ ਅਭਿਮਾਨੀ ਬਣਾਉਂਦੇ ਨੇ, we receive worship from people, ਅਸੀਂ ਲੋਕਾਂ ਤੋਂ ਆਰਾਧਨਾ ਲੈਂਦੇ ਹਾਂ, adoration from other believers, ਦੂਜੇ ਲੋਕ ਸਾਡਾ ਜੋ ਸਨਮਾਨ ਕਰਦੇ ਨੇ, then we have lost. ਫਿਰ ਅਸੀਂ ਬੇਕਾਰ ਹੋ We ਗਏ। have lost what God has planned. ਜੋ ਪਰਮੇਸ਼ਵਰ ਦੀ ਯੋਜਨਾ ਹੈਗੀ ਉਹ ਬੇਕਾਰ ਗਈ। He cannot have any rival in your heart. ਤੁਹਾਡੇ ਦਿਲ ਵਿੱਚ ਕਿਸੇ ਹੋਰ ਉਹਨਾਂ ਦੇ ਬਰਾਬਰ ਨਹੀਂ ਬੈਠ And you ਸਕਦਾ, cannot give the adoration for Him to someone else. ਤੇ ਜਿਹੜਾ ਸਨਮਾਨ ਉਹਨਾਂ ਨੂੰ ਮਿਲਣਾ ਹੈ ਕਿਸੇ ਹੋਰ ਨੂੰ ਨਹੀਂ ਦੇ ਸਕਦੇ। It has to be His way, or we take the highway to hell. ਜਾਂ ਉਹਨਾਂ ਦੀ ਮਰਜ਼ੀ ਹੈਗੀ ਹੈ ਜਾਂ ਅਸੀਂ ਨਰਕ ਵੱਲ ਜਾਈਏ। We have to change our thinking, renew our mind, and be not conformed to this world. ਆਪਾਂ ਨੂੰ ਆਪਣੀ ਸੋਚ ਬਦਲਣੀ ਹੈ, ਮਨ ਨੂੰ ਨਵਾਂ ਕਰਨਾ ਹੈਗਾ ਤੇ ਇਹ ਸੰਸਾਰ ਤਰ੍ਹਾਂ ਨਹੀਂ ਬਣਨਾ। It is a life-changing message, my dear brothers and sisters. If you take heed, tomorrow we will have revival. ਮੇਰੇ ਭੈਣੋ ਭਰਾਵੋ, ਇਹ ਜੀਵਨ ਬਦਲਣ ਵਾਲਾ ਸੰਦੇਸ਼ ਹੈਗਾ। ਜੇ ਤੁਸੀਂ ਇਹਨੂੰ ਮੰਨੋਗੇ ਤੇ ਅਸੀਂ ਕੱਲ ਬਦਲਾਵ ਦੇਖਾਂਗੇ। The last L is leaving. ਤੇ ਜਿਹੜਾ ਆਖਰੀ ਐਲ ਹੈਗਾ ਉਹ ਛੋੜਨਾ, Leaving the old life. ਪੁਰਾਣਾ ਜੀਵਨ ਛੋੜਨਾ। Let me ask you one thing. ਸਵਾਲ ਪੁੱਛਣਾ, How different is your life today than before you were born again? ਤੁਹਾਡਾ ਜੀਵਨ ਕਿਵੇਂ ਬਦਲਾਵ ਹੈਗਾ ਜਦੋਂ ਤੁਸੀਂ ਪਹਿਲੇ ਸੀਗੇ ਤੇ ਨਵਾਂ ਜਨਮ ਲੈਣ ਤੋਂ I ਬਾਅਦ? don't mean the simple things like going to church, fellowshipping, Bible study, all those things. I'm talking about inner change in your life. ਮੈਂ ਤੁਹਾਡਾ ਕਲੀਸਿਆ ਆਉਣਾ ਜਾਂ ਬਾਈਬਲ ਪੜ੍ਹਨਾ, ਬਾਈਬਲ ਸਟੱਡੀ ਦੀ ਗੱਲ ਨਹੀਂ ਕਰ ਰਿਹਾ। ਤੁਹਾਡੇ ਜੀਵਨ 'ਚ ਕੀ ਫਰਕ ਹੈ? I'm talking about transformation to be like Lord Jesus Christ. ਜਿਹੜਾ ਬਦਲਾਵ ਪ੍ਰਭੂ ਯਿਸੂ ਮਸੀਹ ਤਰ੍ਹਾਂ ਹੋਣਾ ਹੈ। Does your spouse notice it? ਕਿਆ ਤੁਹਾਡੀ ਪਤਨੀ ਜਾਂ ਪਤੀ ਦੇਖਦਾ ਹੈ? Do your children notice it? ਕਿਆ ਬੱਚੇ ਦੇਖਦੇ ਨੇ? Have they come and told you, Dad, I'm seeing such a change in your life. You're slowly becoming like Jesus Christ. ਕਿਆ ਉਹਨਾਂ ਨੇ ਆਗੇ ਕਿਹਾ ਕਿ ਅਸੀਂ ਤੁਹਾਡੇ ਜੀਵਨ ਵਿੱਚ ਬਦਲਾਵ ਦੇਖ ਰਹੇ ਹਾਂ, ਤੁਸੀਂ ਹੌਲੀ ਹੌਲੀ ਪ੍ਰਭੂ ਯਿਸੂ ਮਸੀਹ ਤਰ੍ਹਾਂ ਬਣ ਰਹੇ Do ਹੋ? your friends say, oh, I see the glory of God in your life? ਕਿਆ ਤੁਹਾਡੇ ਮਿੱਤਰ ਕਹਿੰਦੇ ਨੇ ਕਿ ਮੈਂ ਤੁਹਾਡੇ ਪਰਮੇਸ਼ਵਰ ਦਾ ਜਲਾਲ ਦੇਖਦਾ? Some may say, how can they know? ਤੁਸੀਂ ਕਹ ਰਹੇ ਹੋ ਕਿਵੇਂ ਦੇਖ ਸਕਦੇ ਨੇ? Let us see what Lord Jesus says. ਦੇਖੀਏ ਪ੍ਰਭੂ ਕੀ ਕਹਿੰਦੇ ਨੇ। Matthew 5:14 to 16. ਮਤੀ 5:14 ਤੋਂ 16। You are the light of the world. A city that is set on a hill cannot be hid, neither do men light a candle and put it under their bushel,
but on a candlestick, and it giveth light to all that are in the house. तुम One जगत second, की hold on, brother. One more verse is there. Let your light so shine before men that they may see your good works and glorify the Father which is in heaven. तुम जगत की ज्योति हो, जो नगर पहाड़ पर बसा हुआ है वह छिप नहीं सकता, और लोग दिया जलाकर पैमाने के नीचे नहीं परंतु दीवट पर रखते हैं, तब उससे घर के सब लोगों को प्रकाश पहुंचता है। उसी प्रकार तुम्हारा प्रकाश, तुम्हारा उजियाला मनुष्यों के सामने चमके, कि वे तुम्हारे भले कामों को देखकर तुम्हारे पिता की जो स्वर्ग में है बड़ाई करें। He is the light in you, shining in your house. ਉਹ ਤੁਹਾਡੇ ਅੰਦਰ ਰੋਸ਼ਨੀ ਹੈਗੇ ਨੇ ਜਿਹੜਾ ਤੁਹਾਡੇ ਘਰ ਹੀ ਚਮਕ ਰਹੀ Is ਹੈ। your light shining in your office? ਕਿਆ ਤੁਹਾਡੀ ਰੋਸ਼ਨੀ ਤੁਹਾਡੇ ਦਫ਼ਤਰ ਹੀ ਚਮਕ ਰਹੀ ਹੈ? Is your light shining in your business? ਕਿਆ ਤੁਹਾਡੀ ਰੋਸ਼ਨੀ ਤੁਹਾਡੇ ਵਪਾਰ ਹੀ ਚਮਕ ਰਹੀ ਹੈ? Are people seeing you and saying, oh God, thank you for doing this in this person's life? ਕਿਆ ਤੁਹਾਨੂੰ ਦੇਖ ਕੇ ਲੋਕ ਕਹਿੰਦੇ ਨੇ ਸ਼ੁਕਰੀਆ ਜੋ ਤੁਸੀਂ ਪਰਮੇਸ਼ਵਰ ਇਸ ਇਨਸਾਨ ਦੇ ਜੀਵਨ ਹੀ ਕੀਤਾ ਹੈ? When the light is inside, you cannot stop it. ਜਦੋਂ ਤੁਹਾਡੇ ਅੰਦਰ ਰੋਸ਼ਨੀ ਹੋਏਗੀ ਉਹਨੂੰ ਰੋਕ ਨਹੀਂ ਸਕਦੇ। If there is no change, ਜੇ ਕੋਈ ਫਰਕ ਨਹੀਂ ਹੈ it's not late to start today. ਕੋਈ ਤੁਸੀਂ ਅੱਜ ਵੀ ਸ਼ੁਰੂ ਹੋ ਸਕਦੇ ਹੋ। Because 2 Corinthians 5:17, the Bible says, ਕਿਉਂਕਿ ਦੂਜਾ ਕੁਰਿੰਥੀਆਂ 5:17 ਕਹਿੰਦਾ if ਹੈ any man be in Christ, he is a new creature. Old things have passed away. Behold, all things have become new. सो यदि कोई मसीह में है तो वह नई सृष्टि है, पुरानी बातें बीत गई हैं, देखो वो सब नई हो गई। Old things have to pass. जरूरी है पुरानी चीज़ें खत्म हो। Before you were cheating on taxes, now you don't cheat on taxes. पहले ਤੁਸੀਂ टैक्सेस ਤੇ ਕੀ ਕਹਿੰਦੇ ਨੇ ਚੋਰੀ ਕਰਦੇ ਸੀ, ਹੁਣ ਨਹੀਂ ਕਰਦੇ। Before you were telling lies to get mortgage, now you don't tell lies to give mortgage. There has to be a change. ਪਹਿਲੇ ਤੁਸੀਂ ਮੋੜ ਗਏ ਸੀ, ਝੂਠ ਬੋਲਦੇ ਸੀ, ਹੁਣ ਨਹੀਂ ਬੋਲਦੇ ਹੋ। There before you used to be angry with your children or your wife. Now you don't get angry or with your children or with your wife. ਪਹਿਲੇ ਤੁਸੀਂ ਆਪਣੇ ਘਰ ਵਿੱਚ ਗੁੱਸਾ ਹੁੰਦੇ ਸੀ, ਹੁਣ ਗੁੱਸਾ ਨਹੀਂ ਹੁੰਦੇ। Before you used to not have fellowship with your wife or with your children, you never had to have family prayer. Now you have to start having family prayer. ਪਹਿਲੇ ਤੁਸੀਂ ਸਹਿਭਾਗਿਤਾ ਆਪਣੇ ਬੱਚਿਆਂ ਨਾਲ ਨਹੀਂ ਜਾਂ ਪਰਿਵਾਰ ਨਾਲ ਨਹੀਂ ਕਰਦੇ ਸੀ, ਹੁਣ ਤੁਸੀਂ ਸ਼ੁਰੂ ਕੀਤੀ ਹੈ। You may be a believer. Welcome to the club. Even the demons are in that club. But you are not a disciple. ਤੁਸੀਂ ਜੇ ਵਿਸ਼ਵਾਸੀ ਹੈਗੇ ਹੋ ਤੇ ਉਹ ਤਾਂ ਆਪਣਾ ਕਹਿੰਦੇ ਨੇ ਆਪਣਾ ਬੁਰੀਆਂ ਆਤਮਾਵਾਂ ਵੀ ਹੈਗੀਆਂ ਨੇ, ਕਿਆ ਤੁਸੀਂ ਚੇਲੇ ਹੈਗੇ ਹੋ? The next step, the growth of a believer has to be a disciple. ਤੇ ਅਗਲਾ ਹੈਗਾ ਕਿਵੇਂ ਇੱਕ ਜਿਹੜਾ ਵਿਸ਼ਵਾਸੀ ਹੈਗਾ ਉਹ ਚੇਲੇ ਚ ਅੱਗੇ ਵੱਧ ਸਕਦਾ ਹੈ। One of the great statements of Peter, Peter makes so many, impulsive statements. ਜਿਹੜਾ ਪਤਰਸ ਹੈਗਾ ਉਹ ਕਈ ਵਾਰੀ ਬਹੁਤ ਗੱਲਾਂ ਜਲਦਬਾਜ਼ੀ ਕਹਿੰਦਾ ਹੈ। But one of the most significant of his, which I love, is in Luke 18:28. ਪਰ ਇੱਕ ਖਾਸ ਉਹਨੇ ਜਿਹੜਾ ਬਹੁਤ ਅਦਭੁਤ ਗੱਲ ਕਹੀ ਉਹ ਲੂਕਾ 18:28 ਚ। Then Peter said, Lo, we have left all and followed thee. पतरस ने कहा देख हम तो घर बार छोड़कर तेरे पीछे हो लिए हैं। Lord never contradicted him on that. प्रभु यीशु मसीह ने किथे ਉਹਨੂੰ ਇਸ ਬਾਰੇ ਕੁਝ ਨਹੀਂ ਕਿਹਾ। I think that should be our goal. ਇਹ ਸਾਡਾ ਨਿਸ਼ਾਨ ਹੋਣਾ ਚਾਹੀਦਾ ਹੈ। C.T. Studd was a great cricketer in England. ਸੀਟੀ ਸਟੱਡ ਇੱਕ ਅੱਛਾ ਕ੍ਰਿਕਟ ਦਾ ਖਿਡਾਰੀ He was ਸੀ। one of the top cricketers. ਇੱਕ ਸਾਰੇ ਕ੍ਰਿਕਟਰ ਤੋਂ ਉੱਚਾ ਨਾਂ He ਸੀ was a ਉਹਦਾ। student of Trinity College in Cambridge. ਉਹ ਟ੍ਰਿਨਿਟੀ ਕਾਲਜ ਕੈਂਬਰਿਜ ਦਾ ਸਟੂਡੈਂਟ ਸੀ। He was handsome, ਸੁੰਦਰ ਸੀ, he was rich, ਪੈਸੇ ਵਾਲਾ ਸੀ, talented. ਟੈਲੈਂਟ ਸੀ ਗਏ, He had nothing he lacked. ਕੋਈ ਚੀਜ਼ ਦੀ ਘਾਟ ਨਹੀਂ ਸੀ। One day Moody went from US to England to preach the gospel. ਇੱਕ ਵਾਰੀ ਮੂਡੀ ਇੰਗਲੈਂਡ ਗਿਆ ਉੱਥੇ ਪ੍ਰਚਾਰ ਵਾਸਤੇ, His father got saved. ਤੇ ਉਹਦਾ ਜਿਹੜਾ ਪਿਤਾ ਸੀਗਾ ਉਹ ਬਚ ਗਿਆ। Then his father gave the gospel to his 3 sons, and the 3 sons got saved. ਤੇ ਫਿਰ ਪਿਤਾ ਨੇ ਆਪਣੇ ਤਿੰਨੋਂ ਬੇਟਿਆਂ ਨੂੰ ਸ਼ੁਭ ਸਮਾਚਾਰ ਦਿੱਤਾ, ਤਿੰਨੋਂ ਬਚ ਗਏ। That I called a blessing. ਇਹ ਆਸ਼ੀਸ਼ ਸੀ। Then C.T. Studd gave up his Cambridge, went on a mission to China. ਫਿਰ ਸੀਟੀ ਸਟੱਡ ਨੇ ਕੈਮਬਰਿਜ ਦਾ ਕਾਲਜ ਛੋੜ ਕੇ ਤੇ ਉਹ ਚੀਨ ਚਲਾ ਗਿਆ। During which his father died. ਉਸ ਦੌਰਾਨ ਉਹਦੇ ਪਿਤਾ ਦੀ ਮ੍ਰਿਤੂ ਹੋ ਗਈ। He got a big inheritance. ਉਹਨੇ ਬੜੇ ਪੈਸੇ ਮਿਲੇ ਉਹਨੂੰ। At that time, 1890, it was about 29,000 pounds. Today, it is about 1.4 million, approximately. ਉਸ ਟਾਈਮ 20,000 ਪਾਉਂਡ ਸੀਗੇ, ਉਹਦੀ ਕੀਮਤ ਅੱਜ ਮਿਲੀਅਨਸ ਹੈਗੀ ਹੈ। He gave away everything. ਉਹਨੇ ਸਭ ਕੁਝ ਛੋੜਤਾ। He said, God said,
give everything. I'm giving everything. He gave away every single pound he had in his account. ਜੋ ਵੀ ਕੁਝ ਉਹਨੇ ਅਕਾਊਂਟ 'ਚ ਬੈਲੈਂਸ ਸੀਗਾ ਉਹਨੇ ਸਭ ਕੁਝ ਦੇਤਾ। After a few years, he came back to England. ਕੁਝ ਸਾਲਾਂ ਬਾਅਦ ਵਾਪਸ ਇੰਗਲੈਂਡ ਆਇਆ। Then he came to Ooty in South India and was a pastor. ਫਿਰ ਉਹ ਊਟੀ ਇੰਡੀਆ ਚਲਾ ਗਿਆ, ਉੱਥੇ ਪਾਸਟਰ ਬਣਿਆ। After that, he went to Africa. ਉਸ ਤੋਂ ਬਾਅਦ ਅਫਰੀਕਾ ਚਲਾ ਗਿਆ। He died in Ibambi in Congo. ਉੱਥੇ ਕਾਂਗੋ 'ਚ ਉਹਦੀ ਮ੍ਰਿਤੂ ਹੋਈ। On his deathbed, ਉਹ ਜਦੋਂ ਮਰਨ ਦੇ ਸਮੇਂ ਸੀਗਾ, he had a tin hut, and one couple of bed sheets, and he was there. ਉਹਦੇ ਕੋਲ ਇੱਕ ਸਿਰਫ ਛੋਟੀ ਜਿਹੀ ਝੋਪੜੀ ਸੀਗੀ ਤੇ ਇੱਕ ਦੋ ਚਦਰਾ ਸੀ। He wrote to his daughters. He had 3 daughters. ਉਹਨੇ ਆਪਣੀ ਬੇਟੀ ਨੂੰ ਲਿਖਿਆ, ਉਹਨਾਂ ਕੋਲ 3 ਬੇਟੀਆਂ ਸੀ। He said like this. I'm paraphrasing because it's a long letter, but this is what it is. ਉਹਨੇ ਇਹ ਗੱਲ ਕਹੀ ਆਪਣੀ ਬੇਟੀ ਨੂੰ। He said, I have not a single pound to give you. ਉਹ ਕਹਿੰਦਾ ਮੇਰੇ ਕੋਲ ਇੱਕ ਵੀ ਪਾਉਂਡ ਨਹੀਂ ਤੁਹਾਨੂੰ ਦੇ ਸਕਾਂ। I don't even have an inheritance. ਮੇਰੇ ਕੋਲ ਆਪਣੀ ਕੋਈ ਜਾਇਦਾਦ ਨਹੀਂ। I have given it away. ਮੈਂ ਉਹ ਸਭ ਦੇਤੀ। But one thing I have, ਪਰ ਇੱਕ ਚੀਜ਼ ਮੇਰੇ ਕੋਲ ਹੈਗੀ ਹੈ। it's a testimony of a life lived for God. ਮੇਰੀ ਗਵਾਹੀ ਹੈਗੀ ਹੈ ਕਿ ਮੇਰਾ ਜੀਵਨ ਪਰਮੇਸ਼ਰ ਨੂੰ ਦਾਨ ਦਿੱਤਾ। That's what the only thing I can give you. ਇਹੋ ਮੈਂ ਦੇ ਸਕਦਾ। The last word, when he died, he said, Hallelujah. ਆਖਰੀ ਸ਼ਬਦ ਜੋ ਉਹਨੇ ਕਿਹਾ ਹਾਲੇਲੂਇਆ। We want parents like this. ਸਾਨੂੰ ਉਸ ਤਰ੍ਹਾਂ ਦੇ ਮਾਤਾ ਪਿਤਾ ਚਾਹੀਦੇ ਨੇ। Maybe God has not asked you to give everything away. ਹੋ ਸਕਦਾ ਪਰਮੇਸ਼ਰ ਤੁਹਾਨੂੰ ਸਭ ਕੁਝ ਤਿਆਗਣ ਨੂੰ ਨਹੀਂ ਕਿਹਾ। But you know, like the Old Testament, during the sacrifice, God said, be ready to leave and then sacrifice. ਜਿਵੇਂ ਪੁਰਾਣੇ ਨਿਯਮ ਵਿੱਚ ਪਰਮੇਸ਼ਰ ਨੇ ਕਿਹਾ ਕਿ ਬਲੀਦਾਨ ਵਾਸਤੇ ਤਿਆਰ ਰਹੋ। That's how we should be. We should ready to give up everything. If God says today, give up everything and go, we said, yes, Lord. Like what Abraham said, like what C.T. Studd said, we should be ready. That should be in our heart. ਜੇ ਪਰਮੇਸ਼ਰ ਅੱਜ ਕਵੇ ਕਿ ਆਪਣਾ ਸਭ ਕੁਝ ਛੋੜ ਦੇ, ਜਿਵੇਂ ਇਬਰਾਹਿਮ ਨੇ ਕੀਤਾ ਜਾਂ ਜਿਵੇਂ C.T. ਸਟੱਡ ਨੇ ਕੀਤਾ, ਸਾਨੂੰ ਉਹਦੇ ਸੇ ਤਿਆਰ ਰਹਿਣਾ ਚਾਹੀਦਾ ਹੈ। Are we able to do that? ਕਿਆ ਅਸੀਂ ਉਹਦੇ ਸੇ ਤਿਆਰ ਹੈਗੇ ਹਾਂ? These are the marks of a true disciple. ਇਹ ਨਿਸ਼ਾਨ ਨੇ ਕੀ ਕਹਿੰਦੇ ਨੇ ਚੇਲੇ ਦੇ। Learning, living, leaving. ਸਿੱਖਣਾ, Learning, living, ਜ਼ਿੰਦਗੀ ਜੀਣਾ ਤੇ ਛੋੜਨਾ। leaving. In conclusion, I want to summarize it. ਤੇ ਸਾਰਾਂਸ਼ ਹੀ ਮੈਂ ਕਹਿਣਾ ਚਾਹਨਾ। We saw what the Bible calls a disciple. ਅਸੀਂ ਦੇਖਿਆ ਪਰਮੇਸ਼ਰ ਦਾ ਵਚਨ ਚੇਲੇ ਬਾਰੇ ਕੀ ਕਹਿੰਦਾ There ਹੈ। are some qualification requirements. ਉਹਦੇ ਵਾਸਤੇ ਕੁਝ ਤੁਹਾਨੂੰ ਕਾਬਲੀਅਤਾਂ ਚਾਹੀਦੀਆਂ ਨੇ। There can be no rival. ਸਾਡੇ ਦਿਲ ਵਿੱਚ ਹੋਰ ਕਿਸੇ ਜਗ੍ਹਾ ਨਹੀਂ ਹੋਣੀ There ਚਾਹੀਦੀ। can be refusal. ਅਸੀਂ ਮਨਾ ਨਹੀਂ ਕਰ ਸਕਦੇ। There can be retreat. ਅਸੀਂ ਮੁੜ ਕੇ ਨਹੀਂ ਜਾ ਸਕਦੇ। Then we saw how to become a disciple. ਫਿਰ ਅਸੀਂ ਦੇਖਿਆ ਚੇਲਾ ਕਿਵੇਂ ਬਣ ਸਕਦੇ ਹਾਂ। Learning, ਸਿੱਖਣਾ, living, ਉਹਦਾ ਜੀਣਾ leaving. ਤੇ ਛੋੜਨਾ। Discipleship is training, my dear brothers and sisters. ਇਹ ਇੱਕ ਤੁਹਾਡੀ ਟ੍ਰੇਨਿੰਗ ਹੈਗੀ ਹੈ। If you are in the military, they will train you day and night. ਜਿਹਦੇ ਤੁਸੀਂ ਮਿਲਟਰੀ ਚ ਹੈਗੇ ਹੋ, ਤੁਹਾਨੂੰ ਸਵੇਰੇ ਸ਼ਾਮ ਉਹ ਟ੍ਰੇਨ ਕਰਦੇ ਨੇ। God calls us soldiers for Christ. ਪਰਮੇਸ਼ਰ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਸੈਨਿਕ ਕਹਿੰਦਾ ਹੈ। So we have to train hard with the word of God. ਤੇ ਅਸੀਂ ਆਪਣੇ ਆਪ ਨੂੰ ਟ੍ਰੇਨ ਕਰਨਾ ਹੈ ਸਖਤੀ ਨਾਲ। You don't just grow into discipleship. ਅਸੀਂ ਇੱਕਦਮ ਚੇਲੇ ਨਹੀਂ ਬਣ ਜਾਂਦੇ। It is not a blessing. ਇਹ ਇੱਕ ਆਸ਼ੀਸ਼ ਨਹੀਂ It is ਹੈ। not prophesied. ਇਹ ਭਵਿਸ਼ਯਵਾਣੀ ਨਹੀਂ ਹੈ। It is working hard with the Lord Holy Spirit. ਇਹ ਹੈਗਾ ਪਵਿੱਤਰ ਆਤਮਾ ਨਾਲ ਸਖਤੀ ਨਾਲ ਕੰਮ It is ਕਰਨਾ। submission to the Lord Holy Spirit. ਉਹਨਾਂ ਦੇ ਅਧੀਨ ਰਹਿਣਾ। If you have not started, ਜੇ ਤੂੰ ਸ਼ੁਰੂ ਨਹੀਂ ਕੀਤਾ, it's not late to start. ਅਜੇ ਵੀ ਸਮੇਂ ਨਹੀਂ God ਗਿਆ। is willing to work with you. ਪਰਮੇਸ਼ਰ ਤਿਆਰ ਹੈ ਤੁਹਾਡੇ ਨਾਲ ਕੰਮ ਕਰਨ Let's ਵਾਸਤੇ। bow our head, close our eyes. ਅੱਖਾਂ ਬੰਦ ਕਰਾਂਗੇ, ਸਿਰ ਨੂੰ ਝੁਕਾਵਾਂਗੇ। Answer those questions. ਇਹ ਸਵਾਲਾਂ ਦਾ ਜਵਾਬ ਦਿਓ। Who is on the throne of your heart? ਤੁਹਾਡੇ ਦਿਲ ਦੇ ਸਿੰਘਾਸਨ ਤੇ ਕੌਣ ਵਿਰਾਜਮਾਨ ਹੈ? Who is rival to Lord Jesus Christ? ਕਿ ਕਿਹੜਾ ਪ੍ਰਭੂ ਯਿਸੂ ਮਸੀਹ ਦੇ ਨਾਲ ਮੁਕਾਬਲਾ ਕਰਦਾ ਹੈ? Thank you, Father. Thank you, Lord. No rival, no refusal, no retreat. God is putting these questions in your mind. Are you a disciple? Are you able to give up like what C.T. Studd did? At this point, if God says, give up everything and just go, are you willing to do it? Are you going to say, I'm old,
I have this commitment, I have this business, I have this work, I cannot just leave it. God will find somebody else. Are you a disciple? Everyone who is here and who is listening, this question, are you a disciple? Are you willing to be a disciple? It's a question only you can answer. It's a question you can answer. I'll tell the words of that song. I have decided to follow Jesus. Though others may not follow, I will still follow. No turning back, no turning back. You don't depend on your wife or your husband or your child or your father or your mother. No one should be on the throne except Christ. Yourself cannot be on the throne. If you find that you are getting offended in small things, your ego is on the throne. Sacrifice it. Crucify it. Then only we can be useful to the kingdom of God. Thank you, Father. Lord, I commit these words into your hands. Your word is precious. Your words we cannot even imagine, we cannot even think. Father, I repent, and I ask forgiveness for the church today that we have gone away, far away from this fundamental things, Lord. I pray, Lord, that you bring every believer into the discipleship, Lord. That we will be disciples, Father, to serve you, to honor you, to glorify you. That the light in us will be seen by everyone around us. Thank you, Father. I bless everyone who is here, and we commit everything into your hands. You be glorified. In the name of our Lord Jesus we pray. Amen. The Lord bless you and keep you. The Lord make his face to shine upon you and be gracious unto you. The Lord lift his countenance upon you and give you peace. In the name of our Lord Jesus. Amen. Amen.